ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤੁਮਾਰੀ। ਹਮ ਨ ਸਖਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਪ੍ਰਥਮ ਭੁਜੰਗੀ ਵਲ ਮਾਝੇ ਕਲਾਏ, ਦੇ ਦੇ ਪੋਹਲ ਗੁਰ ਚੱਕ ਬਹਾਏ। ਪ੍ਰਥਮ ਭੁਜੰਗੀ ਵਲ ਮਾਝੇ ਕਲਾਏ, ਦੇ ਦੇ ਪੋਹਲ ਗੁਰ ਚੱਕ ਬਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸੰਗਤ ਜੀ, ਸਤਿਗੁਰ ਦੀ ਰਹਿਮਤ ਸਦਕਾ ਇਤਿਹਾਸ ਦੀ ਲੜੀਵਾਰ ਕਥਾ ਦਾ ਆਨੰਦ ਮਾਣਨ ਵਾਸਤੇ ਪਾਤਸ਼ਾਹ ਨੇ ਸੁਭਾਗਿਆ ਸਮਾਂ ਝੋਲੀ ਵਿੱਚ ਪਾਇਆ ਹੈ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਥਮ ਭੁਜੰਗੀ ਵਲ ਮਾਝੇ ਕਲਾਏ। ਬੀਤੇ ਦਿਨੀ ਸਰਵਣ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ, ਪੰਥ ਪ੍ਰਗਟ ਕੀਤਾ, ਮਰਿਆਦਾ ਬੰਨ੍ਹ ਦਿੱਤੀ ਖਾਲਸੇ ਪੰਥ ਦੀ, ਤੇ ਹੁਕਮ ਕੀਤਾ ਕਿ ਜਗ੍ਹਾ ਜਗ੍ਹਾ ਜਾ ਕਰਕੇ ਬਾਣੀ ਬਾਣੇ ਦਾ ਪ੍ਰਚਾਰ ਕਰੋ, ਖੰਡੇ ਬਾਟੇ ਦੇ ਅੰਮ੍ਰਿਤ ਦਾ ਪ੍ਰਚਾਰ ਕਰੋ। ਤਾਂ ਖਾਲਸਾ ਜੀ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਤੋਂ ਮਹਾਰਾਜ ਨੇ ਭੁਜੰਗੀਆਂ ਤੋਂ ਭਾਵ ਸਿੰਘਾਂ ਦਾ, ਖਾਲਸਿਆਂ ਦਾ ਜਥਾ ਮਾਝੇ ਦੀ ਧਰਤੀ ਵੱਲ ਭੇਜਿਆ। ਦੇ ਦੇ ਪੋਹਲ ਗੁਰ ਚੱਕ ਬਹਾਏ। ਖੰਡੇ ਬਾਟੇ ਦੀ ਪੌਲ ਲੈ ਕਰਕੇ ਗੁਰੂ ਕੇ ਚਰਨਾਂ ਤੋਂ ਖਾਲਸਾ ਜੀ ਮਾਝੇ ਦੀ ਧਰਤੀ ਤੇ ਗੁਰੂ ਕਾ ਚੱਕ
ਜਿਸ ਨੂੰ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਕਹਿ ਕਰਕੇ ਨਮਸਕਾਰ ਕਰਦੇ ਹਾਂ, ਉਹ ਪਾਵਨ ਪਵਿੱਤਰ ਧਰਤੀ ਜਿੱਥੇ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਸਥਾਨ ਹੈ, ਤੇ ਜਿਸ ਪਾਵਨ ਪਵਿੱਤਰ ਅਸਥਾਨ ਦੇ ਦੀਦਾਰਿਆਂ ਵਾਸਤੇ ਰੋਜ਼ਾਨਾ ਅਰਦਾਸ ਵਿੱਚ ਮੰਗ ਕਰਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਰੋਜ਼ਾਨਾ ਉਸ ਅਸਥਾਨ ਦੇ ਦਰਸ਼ਨਾਂ ਦੀ, ਦੀਦਾਰਿਆਂ ਦੀ, ਇਸ਼ਨਾਨ ਦੀ ਮੰਗ ਕਰਦੇ ਹਾਂ। ਉਸ ਪਾਵਨ ਪਵਿੱਤਰ ਅਸਥਾਨ ਤੇ ਪਾਤਸ਼ਾਹ ਜੀ ਨੇ ਖਾਲਸਿਆਂ ਦਾ ਜਥਾ ਭੇਜਿਆ ਬਾਣੀ ਬਾਣੇ ਦੇ ਪ੍ਰਚਾਰ ਵਾਸਤੇ। ਯੋ ਭੁਜੰਗ ਨਿਹੰਗਨ ਕੋ ਪੰਥ ਬਹੁ ਭਿਓ। ਤਾਂ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਹਰ ਇੱਕ ਇਲਾਕੇ ਵਿੱਚ ਗੁਰੂ ਕੇ ਖਾਲਸੇ ਨੂੰ ਭੇਜਿਆ, ਗੁਰੂ ਕੇ ਸਿੰਘਾਂ ਦਾ ਜਥਾ ਬਣਾ ਕੇ ਭੇਜਿਆ, ਤਾਂ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਇਸ ਨਿਹੰਗਨ ਪੰਥ ਦੇ ਵਿੱਚ ਵਾਧਾ ਹੋ ਗਿਆ। ਨਿਹੰਗ ਦਾ ਭਾਵ ਕੀ ਹੈ? ਫਾਰਸੀ ਦਾ ਸ਼ਬਦ ਹੈ ਹੰਗਤਾ। ਹੰਗਤਾ ਦਾ ਮਤਲਬ ਹੁੰਦਾ ਹੈ ਜਿਹਨੂੰ ਹੰਕਾਰ ਹੋਵੇ, ਮਾਨ ਹੋਵੇ, ਜਿਹਦੇ ਅੰਦਰ ਵਿਸ਼ੇ ਵਕਾਰ ਹੋਣ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਗੇ ਨੇ ਲਾ ਦਿੱਤਾ, ਨਿਹੰਗ ਬਣ ਗਿਆ ਕਿ ਉਹ ਸੱਜਣ, ਉਹ ਗੁਰੂ ਕਾ ਸਿੱਖ ਨਾ ਜਿਹਦੇ ਵਿੱਚ ਹੰਕਾਰ ਹੈ, ਨਾ ਜਿਹਨੂੰ ਆਪਣੇ ਆਪ ਤੇ ਮਾਨ ਹੈ, ਤੇ ਨਾ ਹੀ ਜਿਹਦੇ ਅੰਦਰ ਵਿਸ਼ੇ ਵਕਾਰ ਨੇ, ਅਸਲ ਵਿੱਚ ਉਹ ਨਿਹੰਗ ਹੈ। ਨਿਹੰਗ ਕੇਵਲ ਇੱਕ ਲਿਬਾਸ, ਇੱਕ ਧੜੇ ਦਾ ਨਾਮ ਨਹੀਂ, ਬਲਕਿ ਨਿਹੰਗ ਇੱਕ ਕਲਗੀਆਂ ਵਾਲੇ ਪਾਤਸ਼ਾਹ ਜੀ ਵੱਲੋਂ ਬਖਸ਼ਿਆ ਇੱਕ ਦਰਗਾਹੀ ਗੁਣ ਹੈ ਗੁਰੂ ਕੇ ਸਿੱਖ ਵਾਸਤੇ। ਤੇ ਖਾਲਸਾ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਤਰ੍ਹਾਂ ਬਾਣੀ ਬਾਣੇ ਦੇ ਪ੍ਰਚਾਰ ਕਰਨ ਵਾਸਤੇ ਸਿੰਘਾਂ ਨੂੰ ਭੇਜਿਆ, ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਹੰਗਤਾ ਤੋਂ ਰਹਿਤ ਪੰਥ, ਨਿਹੰਗਾਂ ਸਿੰਘਾਂ ਦੇ ਪੰਥ ਭਾਵ ਖਾਲਸੇ ਪੰਥ ਦੇ ਵਿੱਚ ਬਹੁਤ ਵਾਧਾ ਹੋ ਗਿਆ। ਹੱਥ ਸੋਟੇ ਗਲ ਖੰਡੇ ਪਇਓ। ਕਿਉਂਕਿ ਹਕੂਮਤ ਦਾ ਟਾਕਰਾ ਕਰਨ ਵਾਸਤੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ। ਸਰਕਾਰ ਦਾ, ਮੁਗਲ ਬਾਦਸ਼ਾਹਾਂ ਦਾ ਟਾਕਰਾ ਕਰਨਾ ਸੀ ਖਾਲਸੇ ਨੇ। ਇਸ ਕਰਕੇ ਹਰ ਪਲ ਹੱਥ ਦੇ ਵਿੱਚ ਇੱਕ ਮੋਟਾ ਸਲੋਤਰ ਗੁਰੂ ਕੇ ਸਿੰਘ ਰੱਖਿਆ ਕਰਦੇ ਸੀ, ਅਤੇ ਖਾਲਸਾ ਜੀ ਆਪਣੇ ਗਾਤਰਿਆਂ ਵਿੱਚ ਖੰਡੇ ਜਾਂ ਤੇਗਾਂ ਪਾ ਕੇ ਰੱਖਦੇ ਸੀ। ਜੇ ਅੱਜ ਵੀ ਦਾਸ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਾ ਕਰਕੇ ਸਟੱਡੀ ਕਰਦਾ ਰਿਹਾ, ਤਾਂ ਉੱਥੇ ਲਾਇਬ੍ਰੇਰੀ ਦੇ ਵਿੱਚ ਸਾਡੇ ਪੁਰਾਣੇ ਗੁਰਸਿੱਖਾਂ ਦੀਆਂ ਤਸਵੀਰਾਂ ਮਿਲ ਜਾਂਦੀਆਂ ਨੇ, ਤੇ ਪੁਰਾਤਨ ਗੁਰਸਿੱਖਾਂ ਦੀਆਂ ਤਸਵੀਰਾਂ ਅੱਜ ਕੱਲ ਇੰਟਰਨੈਟ ਤੇ ਵੀ ਅਵੇਲੇਬਲ ਨੇ। ਤੁਸੀਂ ਵੇਖ ਸਕਦੇ ਹੋ ਕਿ ਪੁਰਾਣੇ ਸਿੰਘ ਹੱਥਾਂ ਦੇ ਵਿੱਚ ਮੋਟੇ ਸਲੋਤਰ, ਬਰਸ਼ਾ ਤੇ ਗਾਤਰਿਆਂ ਦੇ ਵਿੱਚ 3-3 ਫੁੱਟ ਦੀਆਂ ਸ਼੍ਰੀ ਸਾਹਿਬਾਂ ਪਾ ਕੇ ਰੱਖਿਆ ਕਰਦੇ ਸੀ। ਖਾਲਸਾ ਜੀ ਭਾਰਤ ਦਾ ਜੋ ਇੰਡੀਆ ਦਾ ਰਾਸ਼ਟਰਪਤੀ ਭਵਨ ਹੈ, ਰਾਸ਼ਟਰਪਤੀ ਭਵਨ ਦੇ ਅੰਦਰ ਜਿਹੜਾ ਮਿਊਜ਼ੀਅਮ ਹੈ, ਉਸ ਮਿਊਜ਼ੀਅਮ ਦੇ ਵਿੱਚ ਵੀ ਜਿਹੜੀਆਂ ਸਿੱਖਾਂ ਦੀਆਂ ਤਸਵੀਰਾਂ ਲੱਗੀਆਂ, ਕਿਉਂਕਿ ਭਾਰਤ ਦੀ ਧਰਤੀ ਤੇ ਆਜ਼ਾਦੀ ਦਾ ਜੰਗ ਸਭ ਤੋਂ ਪਹਿਲਾਂ ਗੁਰੂ ਕੇ ਖਾਲਸੇ ਨੇ ਲੜਿਆ। ਤੇ ਦਾਸ ਨੇ ਉੱਥੇ ਜਾ ਕਰਕੇ ਵੇਖਿਆ ਭਾਰਤ ਦੇ ਰਾਸ਼ਟਰਪਤੀ ਭਵਨ ਦੇ ਮਿਊਜ਼ੀਅਮ ਦੇ ਵਿੱਚ ਕਿ ਉੱਥੇ ਜਿਹੜੀਆਂ ਸਾਡੇ ਵੱਡੇ ਵਡੇਰਿਆਂ ਦੀਆਂ ਤਸਵੀਰਾਂ ਲੱਗੀਆਂ, ਜਿਹੜੇ ਕਿ ਆਜ਼ਾਦੀ ਦਾ ਜੰਗ ਕਰ ਰਹੇ ਨੇ, ਉਹਨਾਂ ਨੇ ਵੀ ਸੀਸ ਤੇ ਦਮਾਲਾ ਸਜਾਇਆ, ਬਾਣਾ ਸਜਾਇਆ, ਗਾਤਰਿਆਂ ਵਿੱਚ 3 ਫੁੱਟ ਦੀਆਂ ਸ਼੍ਰੀ ਸਾਹਿਬਾਂ, ਹੱਥਾਂ ਵਿੱਚ ਮੋਟੇ ਸਲੋਤਰ। ਭਾਵ ਇਹ ਇੱਕ ਸੰਤ ਸਿਪਾਹੀ ਵਾਲਾ ਲਿਬਾਸ ਸਤਿਗੁਰਾਂ ਨੇ ਬਖਸ਼ਿਆ, ਉਹ ਭਾਈ ਰਤਨ ਸਿੰਘ ਭੰਗੂ ਜੀ ਦੱਸ ਰਹੇ ਨੇ। ਕਈ ਫਿਰੇ ਕਹੀ ਰਹੇ ਗੁਰਦੁਆਰੇ। ਹੁਣ ਕਈ ਤਾਂ ਗੁਰੂ ਕੇ ਸਿੰਘ ਚੱਕਰਵਰਤੀ ਰਹਿੰਦੇ ਨੇ, ਪਿੰਡ ਪਿੰਡ ਜਾਂਦੇ ਨੇ, ਥਾਂ ਥਾਂ ਜਾਂਦੇ ਨੇ, ਜਾ ਕਰਕੇ ਬਾਣੀ ਦਾ, ਬਾਣੇ ਦਾ ਪ੍ਰਚਾਰ ਕਰਦੇ ਨੇ। ਤੇ ਕਈ ਗੁਰੂ ਕੇ ਸਿੰਘ ਗੁਰੂ ਘਰਾਂ ਵਿੱਚ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ। ਇਸ ਤਰ੍ਹਾਂ ਹਰ ਇੱਕ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਡਿਊਟੀ ਲਾਈ ਹੋਈ ਸੀ। ਕਈਆਂ ਨੂੰ ਕੋਈ ਅਸਥਾਨ ਦਿੱਤਾ ਸੀ, ਤੇ ਕਈਆਂ ਨੂੰ ਮਹਾਰਾਜ ਦਾ ਬਚਨ ਸੀ ਕਿ ਤੁਸਾਂ ਨੇ ਚੱਕਰਵਰਤੀ ਰਹਿ ਕਰਕੇ ਜਗ੍ਹਾ ਜਗ੍ਹਾ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ। ਕਿਨ ਧਰਮਸ਼ਾਲਾ ਕਿਨ ਬੁੰਗੇ ਉਸਾਰੇ। ਕਈ ਗੁਰੂ ਕਿਆਂ ਸਿੰਘਾਂ ਨੇ ਧਰਮਸ਼ਾਲਾ ਬਣਾ ਲਈ, ਧਰਮਸ਼ਾਲਾ ਤੋਂ ਭਾਵ ਧਰਮ ਦਾ ਅਸਥਾਨ ਬਣਾ ਲਿਆ, ਤੇ ਕਈਆਂ ਨੇ ਬੁੰਗੇ ਉਸਾਰ ਲਏ। ਅੰਮ੍ਰਿਤਸਰ ਦੀ ਧਰਤੀ ਤੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਵੀ ਬੁੰਗੇ ਹੋਇਆ ਕਰਦੇ ਸੀ। ਗਿਆਨੀਆਂ ਦਾ ਬੁੰਗਾ, ਅਕਾਲੀਆਂ ਦਾ ਬੁੰਗਾ, ਨਿਰਮਲਿਆਂ ਦਾ ਬੁੰਗਾ, ਉਦਾਸੀਆਂ ਦਾ ਬੁੰਗਾ, ਸੇਵਾ ਪੰਥੀਆਂ ਦਾ ਬੁੰਗਾ। ਇਸ ਤਰ੍ਹਾਂ ਵੱਖ-ਵੱਖ ਮਿਸਲਾਂ ਦੇ ਵੀ ਉੱਥੇ ਬੁੰਗੇ ਮੌਜੂਦ ਸਨ, ਜਿਹੜੇ ਕਿ ਕੁਝ ਅੰਗਰੇਜ਼ ਸਰਕਾਰ ਨੇ ਤੋੜ ਦਿੱਤੇ, ਤੇ ਕੁਝ ਭਾਰਤ ਹਕੂਮਤ ਨੇ ਜਦੋਂ ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ, ਭਾਰਤ ਹਕੂਮਤ ਨੇ ਵੀ ਕੁਝ ਬੁੰਗੇ ਭੰਨ ਦਿੱਤੇ, ਤੋੜ ਦਿੱਤੇ।
ਪਰ ਅੱਜ ਵੀ ਉਹਨਾਂ ਦੀਆਂ ਨਿਸ਼ਾਨੀਆਂ ਅੰਮ੍ਰਿਤਸਰ ਦੀ ਧਰਤੀ ਤੇ ਮਿਲਦੀਆਂ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਕਈ ਗੁਰੂ ਕਿਆਂ ਸਿੰਘਾਂ ਨੇ ਉੱਚੇ ਉੱਚੇ ਬੁੰਗੇ ਉਸਾਰ ਕਰਕੇ ਉਹਨਾਂ ਥਾਵਾਂ ਦੇ ਉੱਤੇ ਆਪਣਾ ਟਿਕਾਣਾ ਕੀਤਾ। ਭੁਜੰਗੀਆਂ ਨਿਉਤੇ ਭੁਜੰਗੀ ਖੁਲਾਹੇ। ਤੇ ਹੁਣ ਜਿਹੜੇ ਗੁਰੂ ਕੇ ਭੁਜੰਗੀ ਗੁਰੂ ਕੇ ਸਿੰਘ ਨੇ ਉਹਨਾਂ ਨੂੰ ਦੂਸਰੇ ਗੁਰੂ ਕੇ ਸਿੰਘ ਨਿਉਤਾ ਦਿੰਦੇ ਨੇ, ਆਪਣੇ ਘਰ ਵਾਸਤੇ ਸੱਦਾ ਦਿੰਦੇ। ਜਿਵੇਂ ਅੱਜ ਵੀ ਜਿਹੜੀ ਸਿੱਖ ਸੰਗਤ ਹੈ ਆਪਣੇ ਘਰ ਦੇ ਵਿੱਚ ਗੁਰੂ ਕਿਆਂ ਸਿੱਖਾਂ ਨੂੰ ਪ੍ਰਸ਼ਾਦੇ ਵਾਸਤੇ ਬੁਲਾਉਂਦੀ ਹੈ, ਜਲ ਪਾਣੀ ਦੀ ਸੇਵਾ ਵਾਸਤੇ ਬੁਲਾਉਂਦੀ ਹੈ। ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਵੀ ਗੁਰੂ ਕੇ ਸਿੰਘ ਇੱਕ ਦੂਸਰੇ ਨੂੰ ਨਿਉਤਾ ਦਿੰਦੇ ਸੀ, ਘਰ ਬੁਲਾਉਂਦੇ ਸੀ ਕਿ ਜਲ ਪਾਣੀ ਦੀ ਸੇਵਾ ਕਰ ਸਕੀਏ। ਔਰ ਨਸੋਨੈ ਮੇਲ ਮਿਲਾ ਹੈ। ਗੁਰੂ ਕੇ ਸਿੰਘ ਇੱਕ ਦੂਸਰੇ ਨਾਲ ਬੜਾ ਪਿਆਰ ਰੱਖਦੇ ਸੀ, ਪ੍ਰੇਮ ਰੱਖਦੇ ਸੀ, ਪਰ ਮੀਣਿਆਂ ਮਸੰਦਿਆਂ ਨਾਲ, ਕੁੜੀ ਮਾਰ ਨਾਲ, ਰਾਮ ਰਾਈਆਂ ਨਾਲ, ਭਾਵ ਜਿਹੜੇ ਧੀਆਂ ਦਾ ਕਤਲ ਕਰਦੇ ਸੀ, ਧੀਆਂ ਨੂੰ ਕੁੱਖਾਂ ਵਿੱਚ ਮਾਰ ਦਿੰਦੇ ਸੀ, ਤਾਂ ਜਿਹੜੇ ਗੁਰੂ ਘਰ ਦਾ ਦਸਵੰਧ ਖਾਂਦੇ ਸੀਗੇ ਪਰ ਸੰਗਤ ਵਿੱਚ ਨਹੀਂ ਸੀ ਵਰਤਾਉਂਦੇ, ਉਹਨਾਂ ਨਾਲ ਗੁਰੂ ਕਾ ਖਾਲਸਾ ਮੇਲ ਮਿਲਾਪ ਨਹੀਂ ਸੀ ਰੱਖਦਾ। ਪਰ ਆਪਸ ਵਿੱਚ ਸਿੱਖ ਪਰਿਵਾਰਤ ਜਾਣ, ਆਪਸ ਵਿੱਚ ਸਿੱਖਾਂ ਦਾ ਇਹ ਪਿਆਰ ਹੁੰਦਾ ਸੀ ਕਿ ਜਦੋਂ ਇੱਕ ਸਿੱਖ ਦੂਸਰੇ ਸਿੱਖ ਨੂੰ ਵੇਖ ਲੈਂਦਾ ਸੀ ਤੇ ਆਪਣੀ ਜਾਨ ਵੀ ਵਾਰਨ ਤੱਕ ਜਾਂਦਾ ਸੀ। ਐਸਾ ਪਿਆਰ ਸੀ ਗੁਰਸਿੱਖਾਂ ਦਾ। ਪਰ ਇਹ ਅੱਜ ਦੇ ਹਾਲਾਤ ਬਣ ਚੁੱਕੇ ਨੇ ਵੀ ਪਹਿਲਾਂ ਸਿੱਖ ਨੂੰ ਵੇਖਦਾ ਸੀ ਤੇ ਗੁਰੂ ਚੇਤੇ ਆਉਂਦਾ ਸੀ, ਸਿੱਖ ਨੂੰ ਵੇਖਦਾ ਸੀ, ਸਿੱਖ ਨੂੰ ਪਿਆਰ ਆਉਂਦਾ ਸੀ। ਤੇ ਮਾਫ ਕਰਿਓ, ਇਤਿਹਾਸ ਵਿੱਚ ਸਿੱਖ ਵਾਸਤੇ ਆਪਣੀ ਜਾਨ ਵਾਰ ਦਿੰਦਾ ਸੀ। ਅੱਜ ਸਿੱਖ ਨੂੰ ਵੇਖ ਕੇ ਸਿੱਖ ਦੀ ਜਾਨ ਲੈਣ ਨੂੰ ਤਿਆਰ ਹੋਏ ਪਏ ਨੇ। ਪਰ ਸਾਡੀ ਇਹ ਤਰਾਸਦੀ ਹੈ ਕਿ ਸਾਨੂੰ ਆਪਸ ਵਿੱਚ ਪਾੜਿਆ ਜਾ ਰਿਹਾ ਹੈ। ਸੋ ਜਾਗਣ ਦੀ ਲੋੜ ਹੈ ਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਸਿੱਖਾਂ ਨੂੰ ਆਪਸ ਵਿੱਚ ਬੜੇ ਪਿਆਰ ਦੇ ਨਾਲ ਵਰਤਣਾ ਚਾਹੀਦਾ, ਰਹਿਣਾ ਚਾਹੀਦਾ, ਜਿਸ ਤਰ੍ਹਾਂ ਪੁਰਾਣੇ ਗੁਰੂ ਕੇ ਸਿੱਖ ਆਪਸ ਵਿੱਚ ਮੇਲ ਮਿਲਾਪ ਰੱਖਦੇ ਨੇ। ਜੋ ਕਿਸੇ ਭੁਜੰਗੀ ਹੋਏ ਲੋੜ ਜ਼ਰੂਰ। ਕਹਿੰਦੇ ਜੇ ਕਿਸੇ ਗੁਰੂ ਕੇ ਸਿੰਘ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ, ਜ਼ਰੂਰਤ ਹੁੰਦੀ ਸੀ, ਦੇਖ ਸਿੰਘਨ ਘਰ ਸੋ ਲੈ ਘੂਰ। ਤਾਂ ਕਹਿੰਦੇ ਇੱਕ ਸਿੰਘ ਦੂਸਰੇ ਸਿੰਘ ਦੇ ਘਰ ਜਾ ਕੇ ਉਹ ਚੀਜ਼ ਲੈ ਲੈਂਦਾ ਸੀ। ਭਾਵ ਕਿਸੇ ਨੂੰ ਜੇ ਵਸਤਰ ਚਾਹੀਦਾ, ਚੋਲਾ ਚਾਹੀਦਾ ਜਾਂ ਛਕਣ ਵਾਸਤੇ ਕੋਈ ਪਦਾਰਥ ਚਾਹੀਦਾ, ਇੰਨਾ ਕਿ ਪਿਆਰ ਹੁੰਦਾ ਸੀ। ਬਿਨਾਂ ਕਿਸੇ ਸੰਗ ਤੋਂ ਇੱਕ ਸਿੱਖ ਦੂਸਰੇ ਸਿੱਖ ਦੇ ਘਰ ਜਾ ਕਰਕੇ ਖਾਲਸਾ ਜੀ ਉਹ ਬਿਨਾਂ ਝਿਜਕ ਤੋਂ ਮੰਗ ਲਿਆ ਕਰਦਾ ਸੀ। ਐਸਾ ਪ੍ਰੇਮ ਸੀ ਗੁਰਸਿੱਖਾਂ ਦੇ ਘਰਾਂ ਵਿੱਚ। ਇਤਨੇ ਕੋ ਬਸਤਰ ਸੋ ਲਏ ਉਠਾਏ। ਕਹਿੰਦੇ ਕਿਸੇ ਸਿੱਖ ਦੇ ਘਰੋਂ ਉਨੀ ਕੋ ਚੀਜ਼ ਲੈਂਦੇ ਸੀ ਜਿੰਨੀ ਕਿ ਜ਼ਰੂਰਤ ਹੁੰਦੀ ਸੀ। ਘਿਓ ਆਟਾ ਲੁਣੇ ਜੋ ਲਏ ਖਾਏ। ਜਿੰਨਾ ਕਿ ਖਾਣਾ ਹੁੰਦਾ ਸੀ ਉਹਨਾਂ ਕੇ ਲੋੜ ਮੁਤਾਬਕ ਘਿਓ ਲੈ ਲੈਣਾ, ਆਟਾ ਲੈ ਲੈਣਾ, ਸੁੱਕੀ ਰਸਦ ਲੈ ਲੈਣੀ। ਭਾਵ ਕਿ ਜਿਸ ਚੀਜ਼ ਦੀ ਲੋੜ ਹੁੰਦੀ ਸੀ ਇੱਕ ਸਿੱਖ ਦੂਸਰੇ ਸਿੱਖ ਤੋਂ ਲੈ ਲਿਆ ਕਰਦਾ ਸੀ। ਮੁਖੋਂ ਉਚਾਰੇ ਆਏ ਨਿਹੰਗ। ਤੇ ਗੁਰੂ ਕੇ ਸਿੱਖ ਵੀ ਇੱਕ ਦੂਸਰੇ ਨੂੰ ਵੇਖ ਕੇ ਈਰਖਾ ਨਹੀਂ ਸੀ ਕਰਦੇ, ਵੈਰ ਨਹੀਂ ਸੀ ਕਰਦੇ, ਬਲਕਿ ਖੁਸ਼ ਹੋ ਕੇ ਕਹਿੰਦੇ ਸੀ ਕਿ ਗੁਰੂ ਕੇ ਨਿਹੰਗ ਆਏ ਨੇ। ਖੋਲ ਸਿੱਖਣੀ ਬੂਹੇ ਨਿਸੰਗ। ਤੇ ਗੁਰੂ ਕਾ ਸਿੰਘ ਆਪਣੀ ਘਰ ਵਾਲੀ ਆਪਣੀ ਸਿੰਘਣੀ ਨੂੰ ਕਹਿੰਦਾ ਸੀ ਕਿ ਭਾਗਵਾਨੇ ਘਰ ਦੇ ਬੂਹੇ ਖੋਲ ਦੇ, ਕਿਉਂਕਿ ਇਹ ਬੇਗਾਨੇ ਨਹੀਂ, ਇਹ ਗੁਰੂ ਕੇ ਸਿੰਘ ਆਏ ਨੇ। ਇਹਨਾਂ ਹੁਣ ਆ ਗਏ ਨੇ, ਸਾਨੂੰ ਹਕੂਮਤ ਦਾ ਡਰ ਨਹੀਂ, ਸਾਡੀ ਇੱਜ਼ਤ ਨੂੰ ਖਤਰਾ ਨਹੀਂ। ਆ ਗਏ ਨਿਹੰਗ ਬੂਹੇ ਖੋਲਦੇ ਨਸੰਗ ਹੋ ਕਰਕੇ ਘਰ ਦੇ ਬੂਹੇ ਖੋਲਦੇ, ਕਿਉਂਕਿ ਗੁਰੂ ਕੇ ਸਿੰਘਾਂ ਦੇ ਹੁੰਦੇ ਹੋਏ ਸਾਨੂੰ ਕਿਸੇ ਗੱਲ ਦਾ ਖਤਰਾ ਨਹੀਂ। ਓਏ ਸਿੱਖਣੀ ਮੰਨੇ ਸੋ ਬਾਤ। ਤੇ ਕਹਿੰਦੇ ਜਿਹੜੀ ਘਰ ਵਾਲੀ ਹੁੰਦੀ ਸੀ ਨਾ ਸਿੱਖ ਦੀ, ਉਹ ਵੀ ਬੜਾ ਪ੍ਰੇਮ ਰੱਖਦੀ ਸੀ ਗੁਰਸਿੱਖਾਂ ਦੀ ਸੇਵਾ ਦਾ, ਮੱਥੇ ਵੱਟ ਨਹੀਂ ਸੀ ਪਾਉਂਦੀ, ਬਲਕਿ ਜਦੋਂ ਸਿੱਖ ਆਉਂਦੇ ਸੀ ਤੇ ਘਰ ਵਾਲੀ ਨੂੰ ਸਿੰਘਣੀ ਨੂੰ ਚਾਅ ਚੜਦਾ ਸੀ ਕਿ ਗੁਰਸਿੱਖਾਂ ਦੀ ਸੇਵਾ ਨਸੀਬ ਹੋਈ ਹੈ। ਸੋ ਖਾਲਸਾ ਜੀ ਅੱਜ ਵੀ ਜਿਹੜੇ ਪਿਆਰ ਵਾਲੇ ਨੇ, ਜਿਹੜੇ ਬਾਣੀ ਨਾਲ ਜੁੜੇ ਨੇ, ਉਹ ਅੱਜ ਵੀ ਪਤੀ ਪਤਨੀ ਘਰਾਂ ਦੇ ਵਿੱਚ ਗੁਰਸਿੱਖਾਂ ਦਾ ਪ੍ਰਸ਼ਾਦਾ ਕਰਦੇ, ਗੁਰਸਿੱਖਾਂ ਦੀ ਸੇਵਾ ਕਰਦੇ। ਸੋ ਇਹੀ ਗੁਰਸਿੱਖਾਂ ਦੀ ਨਿਸ਼ਾਨੀ ਹੈ ਕਿ ਗੁਰਸਿੱਖ ਗੁਰਸਿੱਖਾਂ ਦੀ ਲੋੜਵੰਦਾਂ ਦੀ ਸੇਵਾ ਕਰਦਾ ਹੈ। ਹਾਜ਼ਰ ਕਰਦੇ ਵੋ ਜਿਤਕ ਚਾਹਤ। ਕਹਿੰਦੇ ਜਦੋਂ ਕੋਈ ਘਰ ਵਿੱਚ ਆਉਂਦਾ ਸੀ ਸਿੱਖ, ਤੇ ਜੋ ਵੀ ਘਰ ਵਿੱਚ ਹੁੰਦਾ ਸੀ ਸਾਰਾ ਕੁਝ ਬਿਨਾਂ ਕਿਸੇ ਸੰਗ ਤੋਂ ਗੁਰੂ ਕੇ ਸਿੱਖ ਸਾਹਮਣੇ ਹਾਜ਼ਰ ਕਰ ਦਿੰਦੇ ਨੇ। ਦੋਹਰਾ ਇਮਹੀ ਸਿੱਖ ਨਿਤ ਜਾ ਖੜੇ, ਸਿੰਘਨ ਘਰ ਪੁੱਛ ਟੋਲ। ਕਹਿੰਦੇ ਜਿਵੇਂ ਹੁਣ ਪਿੰਡਾਂ ਦੇ ਵਿੱਚ ਘਰ ਥੋੜੇ ਸੀ ਪੁਰਾਣੇ ਸਮੇਂ ਵਿੱਚ ਸਿੱਖਾਂ ਦੇ,
ਪਿੰਡਾਂ ਵਿੱਚ ਜਾਣਾ ਸਿੰਘਾਂ ਨੇ ਤੇ ਜਾ ਕੇ ਪੁੱਛਣਾ ਕਿ ਇੱਥੇ ਕੋਈ ਗੁਰੂ ਨਾਨਕ ਦਾ ਸਿੱਖ ਹੈ। ਤੇ ਜਦੋਂ ਗੁਰੂ ਨਾਨਕ ਦੇ ਸਿੱਖ ਦਾ ਘਰ ਪਤਾ ਲੱਗਣਾ ਤੇ ਜਾ ਕਰਕੇ ਉਸ ਸਿੱਖ ਦਾ ਬੂਹਾ ਖੜਕਾਉਣਾ। ਦੌੜ ਦੌੜ ਸਿੱਖਣੀ ਦਿਵੈ ਸਿੰਘਨ ਕੋ ਕਰ ਬੋਲ। ਤੇ ਕਹਿੰਦੇ ਜਦੋਂ ਘਰ ਵਿੱਚ ਸਿੱਖ ਜਾਣੇ, ਜਿੱਥੇ ਗੁਰੂ ਕੇ ਸਿੱਖ ਨੇ ਘਰ ਆਏ ਸਿੰਘਾਂ ਦੀ ਸੇਵਾ ਕਰਨੀ ਤੇ ਉਹਦੀ ਘਰ ਵਾਲੀ ਨੇ ਵੀ ਭੱਜ ਭੱਜ ਕੇ ਪ੍ਰਸ਼ਾਦਾ ਤਿਆਰ ਕਰਕੇ ਸਿੰਘਾਂ ਨੂੰ ਛਕਾਉਣਾ। ਚੌਪਈ ਬਹੁਤ ਪੰਥ ਕਾ ਵਾਧਾ ਭਿਓ। ਸੋ ਇਸ ਤਰ੍ਹਾਂ ਜਦੋਂ ਆਪਸ ਵਿੱਚ ਪਿਆਰ ਵੱਧਦਾ ਰਿਹਾ ਸਿੱਖਾਂ ਦਾ, ਤੇ ਕਹਿੰਦੇ ਪੰਥ ਵਿੱਚ ਵੀ ਵਾਧਾ ਹੁੰਦਾ ਰਿਹਾ। ਪੰਥ ਵਿੱਚ ਵਾਧਾ ਉਦੋਂ ਹੁੰਦਾ ਹੈ ਜਦੋਂ ਅਸੀਂ ਇਕਮੁੱਠ ਹੋ ਕੇ ਤੁਰਦੇ ਆਂ, ਏਕਾ ਬਾਣੀ ਏਕੋ ਗੁਰ ਏਕੋ ਸ਼ਬਦ ਵਿਚਾਰ, ਇੱਕ ਗੁਰੂ ਦੇ ਲੜ ਲੱਗ ਕੇ ਇੱਕ ਸ਼ਬਦ ਦੀ ਵਿਚਾਰ ਨਾਲ ਲੱਗ ਕੇ ਗੁਰਸਿੱਖੀ ਦੀ ਗੱਲ ਕਰਦੇ ਆਂ ਤੇ ਆਪਸ ਵਿੱਚ ਪ੍ਰੇਮ ਪਿਆਰ ਇਤਫਾਕ ਵਧਾਉਂਦੇ ਆਂ ਤੇ ਪੰਥ ਵਿੱਚ ਵਾਧਾ ਹੋ ਜਾਂਦਾ ਹੈ। ਸੋ ਅੱਜ ਵੀ ਲੋੜ ਹੈ, ਜੇ ਪੰਥ ਵਿੱਚ ਵਾਧਾ ਚਾਹੁੰਦੇ ਆ ਤੇ ਆਪਸ ਵਿੱਚ ਪ੍ਰੇਮ ਪਿਆਰ ਤੇ ਇਤਫਾਕ ਦਾ ਵਾਧਾ ਕਰੀਏ। ਬਹੁਤ ਖਰਚ ਤਬ ਉਨ ਕੋ ਚਿਹਓ। ਤਾਂ ਕਹਿੰਦੇ ਜਦੋਂ ਗੁਰੂ ਕੇ ਸਿੰਘ ਵੱਧਦੇ ਜਾ ਰਹੇ ਨੇ, ਪਰ ਹਕੂਮਤ ਗੁਰੂ ਕੇ ਸਿੰਘਾਂ ਦੇ ਉੱਤੇ ਮੁੱਲ ਪਾਈ ਫਿਰਦੀ ਹੈ, ਸਿਰਾਂ ਦੇ ਸਿੰਘਾਂ ਦਾ ਪੱਤਾ ਪੱਤਾ ਬਹਿ ਰਹੀ ਹੈ, ਉਦੋਂ ਖਰਚਾ ਵੀ ਚਾਹੀਦਾ, ਰਾਸ਼ਨ ਵੀ ਚਾਹੀਦਾ, ਵਸਤਰ ਵੀ ਚਾਹੀਦੇ ਨੇ। ਜੋ ਸਿੰਘਨ ਗਰੀਬਨ ਹੋਏ ਘਰ ਨਾਹੀ। ਕਹਿੰਦੇ ਜਿਹੜੇ ਗਰੀਬ ਸਿੱਖ ਹੁੰਦੇ ਸੀ, ਜਿਨ੍ਹਾਂ ਦੇ ਘਰ ਵਿੱਚ ਬਹੁਤੀ ਮਾਇਆ ਨਹੀਂ ਸੀ ਹੁੰਦੀ, ਉਹ ਵੀ ਆਪਣੇ ਗੁਜ਼ਾਰੇ ਵਾਸਤੇ ਫਿਰ ਕੀ ਕਰਦੇ ਸਨ, ਉਹ ਭਾਈ ਸਾਹਿਬ ਹੁਣ ਦੱਸਦੇ ਨੇ। ਸੋ ਔਰਨ ਸੇ ਲੈ ਘਰੋ ਉਠਾਈ। ਜਿਹੜਾ ਕੋਈ ਗਰੀਬ ਸਿੱਖ ਹੁੰਦਾ ਸੀ, ਉਹ ਦੂਸਰੇ ਗੁਰਸਿੱਖ ਦੇ ਕੋਲੋਂ ਮਦਦ ਮੰਗ ਲੈਂਦਾ ਸੀ ਤੇ ਗੁਰਸਿੱਖ ਵੀ ਗੁਪਤ ਰੂਪ ਵਿੱਚ ਮਦਦ ਕਰ ਦਿੰਦੇ ਸਨ। ਅੱਜ ਦੀ ਤਰ੍ਹਾਂ ਨਹੀਂ ਕਿ ਕਿਸੇ ਇੱਕ ਅੱਧੇ ਦੀ ਮਦਦ ਕਰਕੇ ਪਹਿਲਾਂ ਪੋਸਟ ਪਾ ਕੇ ਅੱਧੀ ਦੁਨੀਆ ਨੂੰ ਦੱਸਦੇ ਨੇ ਕਿ ਕਿਸੇ ਦੀ ਮਦਦ ਕਰਕੇ ਆਏ ਆ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ ਆਏ ਆ। ਪਰ ਪੁਰਾਣੇ ਸਮੇਂ ਵਿੱਚ ਗੁਰੂ ਕੇ ਸਿੱਖ ਬੜੇ ਗੁਪਤ ਰੂਪ ਦੇ ਵਿੱਚ ਇੱਕ ਦੂਸਰੇ ਦੀ ਮਦਦ ਕਰਦੇ ਸੀ ਤੇ ਨਾਲ ਦੇ ਗੁਆਂਢੀਆਂ ਨੂੰ ਵੀ ਪਤਾ ਨਹੀਂ ਸੀ ਲੱਗਦਾ ਕਿ ਗੁਰਸਿੱਖਾਂ ਦੀ ਸੇਵਾ ਕਰ ਰਹੇ ਨੇ। ਸੋ ਇਸ ਪ੍ਰੇਮ ਭਾਵਨਾ ਦੇ ਨਾਲ ਗੁਰਸਿੱਖ ਦੀ ਮਦਦ ਕਰਦੇ ਸਨ। ਖਾਣੇ ਬਸਤਰ ਸੋ ਲਏ ਉਠਾਏ। ਗਰੀਬ ਸਿੱਖ ਨੂੰ ਲੋੜ ਹੋਣੀ, ਉਹਨੇ ਦੂਸਰੇ ਸਿੱਖਾਂ ਦੇ ਘਰੋਂ ਵਸਤਰ ਲੈ ਲੈਣਾ, ਖਾਣ ਵਾਸਤੇ ਪਦਾਰਥ ਲੈ ਲੈਣੇ। ਚਾਂਦੀ ਸੋਨੇ ਦੇ ਹਟਾਏ। ਕਹਿੰਦੇ ਉਹਨਾਂ ਨੂੰ ਚਾਂਦੀ ਦੇ ਨਾਲ ਸੋਨੇ ਨਾਲ ਪਿਆਰ ਨਹੀਂ ਸੀ, ਕੇਵਲ ਤੇ ਕੇਵਲ ਇੱਕ ਗੁਜ਼ਾਰੇ ਵਾਸਤੇ ਉਹ ਛਕਣ ਦੇ ਪਦਾਰਥ ਲੈਂਦੇ ਸੀ। ਲਾਲਚੀ ਨਹੀਂ ਸਨ ਕਿ ਘਰ ਭਰ ਲੈਣੇ, ਪੰਡਾਂ ਬਣ ਲੈਣੀਆਂ, ਸੋਨਾ ਇਕੱਠਾ ਕਰ ਲੈਣਾ, ਇਦਾਂ ਨਹੀਂ ਸੀ। ਜਿਹੜੀ ਚੀਜ਼ ਦੀ ਲੋੜ ਸੀ, ਪਹਿਨਣ ਵਾਸਤੇ ਵਸਤਰਾਂ ਦੀ ਤੇ ਖਾਣ ਵਾਸਤੇ ਭੋਜਨ ਦੀ, ਕੇਵਲ ਉਹੀ ਚੀਜ਼ ਮੰਗਦੇ ਸੀ। ਲਾਭ ਸ਼ਾਮ ਜਬ ਪੂਰਨ ਡਹੇ। ਹੁਣ ਕਹਿੰਦੇ ਗੁਰਸਿੱਖ ਤੇ ਜਦੋਂ ਗੁਰਸਿੱਖ ਨੂੰ ਵੇਂਦਾ ਚਾਅ ਚੜਦਾ, ਪਰ ਜਿਹੜੇ ਮੁਗਲ ਹਕੂਮਤ ਦੇ ਸਿਪਾਹੀ ਜਾਂ ਸਰਕਾਰਾਂ ਦੇ ਜਿਹੜੇ ਚੁਗਲਖੋਰ ਪਿੰਡਾਂ ਵਿੱਚ ਰਹਿੰਦੇ ਸੀ, ਜਦੋਂ ਗੁਰੂ ਕੇ ਸਿੰਘਾਂ ਨੇ ਪਿੰਡਾਂ ਵਿੱਚ ਆਉਣਾ ਤੇ ਉਹਨਾਂ ਨੇ ਘੂਰਨਾ ਗੁਰੂ ਕੇ ਸਿੰਘਾਂ ਨੂੰ। ਉਹਨਾਂ ਨੇ ਫਿਰ ਸਰਕਾਰਾਂ ਨੂੰ ਸੂਹ ਦੇਣੀ ਵੀ ਅੱਜ ਗੁਰੂ ਕਾ ਖਾਲਸਾ ਆਇਆ ਤੇ ਆ ਕੇ ਇਹਨਾਂ ਨੂੰ ਫੜ ਲਓ। ਸੋ ਇਸ ਤਰ੍ਹਾਂ ਉਦੋਂ ਵੀ ਬੇਈਮਾਨੀ ਕਰਦੇ ਰਹੇ, ਗੁਰੂ ਕੇ ਸਿੰਘਾਂ ਦੇ ਨਾਲ ਧਰੋ ਵੀ ਬਹੁਤ ਜਾਣੇ ਕਮਾਉਂਦੇ ਰਹੇ। ਬਹੁਤ ਥਾਏ ਮਦੰਗੇ ਭਏ। ਕਹਿੰਦੇ ਜਦੋਂ ਬਾਗੀ ਗੁਰੂ ਕਾ ਖਾਲਸਾ ਪਿੰਡਾਂ ਵਿੱਚ ਜਾਂਦਾ ਸੀ ਤੇ ਜਿਹੜੇ ਹਕੂਮਤ ਦੇ ਸਰਕਾਰ ਦੇ ਲੋਕ ਸਨ, ਉਹ ਸਿੰਘਾਂ ਦੇ ਨਾਲ ਝਗੜਾ ਵੀ ਕਰਦੇ ਸਨ, ਦੰਗਾ ਵੀ ਕਰਦੇ ਸਨ, ਗੁਰੂ ਕੇ ਖਾਲਸੇ ਉੱਤੇ ਵਾਧੀ ਵੀ ਕਰਦੇ ਸਨ। ਬਹੁਤ ਹੋਤੇ ਤਬ ਲੋਕ ਸੁਲਤਾਨੀ। ਕਿਉਂਕਿ ਉਹ ਬਹੁਤੇ ਲੋਕ ਸੁਲਤਾਨੀ ਸਨ। ਕੋਈ ਗੁੱਗੇ ਪੀਰ ਨੂੰ ਮੰਨਦਾ ਸੀ, ਮੜੀਆਂ ਮਸਾਣੀਆਂ ਨੂੰ ਮੰਨਦਾ ਸੀ, ਕੋਈ ਸਰਕਾਰ ਦੇ ਹੁਕਮਾਂ ਦੇ ਵਿੱਚ ਚੱਲਦਾ ਸੀ ਤੇ ਸਰਕਾਰੀ ਹੁਕਮਾਂ ਦੇ ਮੁਤਾਬਕ ਉਹ ਗੁਰੂ ਕੇ ਸਿੰਘਾਂ ਦੇ ਨਾਲ ਧਰੋ ਕਮਾਉਂਦੇ ਸੀ, ਧੋਖਾ ਕਰਦੇ ਸੀ। ਰਖਤ ਸਿੰਘਨ ਸੋ ਬਹੁ ਦੰਗ ਖਾਨੀ। ਕਹਿੰਦੇ ਗੁਰੂ ਕੇ ਖਾਲਸੇ ਨੇ ਆਉਣਾ ਤੇ ਉਹ ਬਹੁਤ ਜ਼ਿਆਦਾ ਝਗੜਾ ਗੁਰੂ ਕੇ ਖਾਲਸੇ ਨਾਲ ਕਰਨ ਲੱਗ ਪਏ। ਉਨਮਦ ਹੁਤੋ ਸਿੰਘ ਘਰ ਕੋਈ। ਤਾਂ ਕਹਿੰਦੇ ਜੇ ਪਿੰਡ ਦੇ ਵਿੱਚ ਕਿਸੇ ਸਿੱਖ ਦਾ ਘਰ ਵੀ ਹੋਣਾ ਨਾ, ਤੇ ਜਾ ਕਰਕੇ ਉਸ ਸਿੱਖ ਨੂੰ ਵੀ ਪਰੇਸ਼ਾਨ ਕਰਦੇ ਸੀ, ਜਿਹਦਾ ਘਰ ਹੁੰਦਾ ਸੀਗਾ, ਉਹਨੂੰ ਵੀ ਜਾ ਕਰਕੇ ਧਮਕੀਆਂ ਦਿੰਦੇ ਸੀ, ਡਰਾਵੇ ਦਿੰਦੇ ਸੀ। ਚਾਹੇ ਸਿੰਘਨ ਕੋ ਕੱਢਿਓ ਸੋਈ। ਉਹ ਚਾਹੁੰਦੇ ਸਨ ਵੀ ਆਪਣੇ ਸ਼ਹਿਰ ਵਿੱਚੋਂ, ਆਪਣੇ ਪਿੰਡ ਵਿੱਚੋਂ, ਇਸ ਦੇਸ਼ ਵਿੱਚੋਂ ਇਨ੍ਹਾਂ ਸਿੰਘਾਂ ਨੂੰ ਬਾਹਰ ਕੱਢ ਦਈਏ, ਇਹਨਾਂ ਨੂੰ ਇੱਥੋਂ ਭਜਾ ਦਈਏ। ਵੇਖੋ ਇਹ ਸ਼ੁਰੂ ਤੋਂ ਹੀ ਚੱਲਦਾ ਆ ਕਿ ਜਿਹੜਾ ਗੁਰੂ ਕਾ ਖਾਲਸਾ
ਦੇਸ਼ ਦੀ ਰਾਖੀ ਵਾਸਤੇ ਕੁਰਬਾਨੀਆਂ ਕਰਦਾ ਰਿਹਾ, ਉਸੇ ਖਾਲਸੇ ਨੂੰ ਕੱਢਣ ਦੀਆਂ ਜਿਹੜੀਆਂ ਕਿ ਨੀਤੀਆਂ ਸ਼ੁਰੂ ਤੋਂ ਹਕੂਮਤਾਂ ਬਣਾਉਂਦੀਆਂ ਰਹੀਆਂ। ਜਿਸ ਖਾਲਸੇ ਨੇ 95% ਤੋਂ ਵੱਧ ਸ਼ਹੀਦੀਆਂ ਪਾਈਆਂ, ਉਸੇ ਖਾਲਸੇ ਤੇ ਵਾਧੀ ਕਰਦੇ ਰਹੇ। ਸੋ ਪੁਰਾਣੇ ਸਮੇਂ ਵਿੱਚ ਵੀ ਬੜਾ ਮਾੜਾ ਸਮਾਂ ਸਿੰਘਾਂ ਨੇ ਵੇਖਿਆ ਕਿ ਜਿਹੜੇ ਸਰਕਾਰੀ ਲੋਕ ਸੀ ਉਹ ਚਾਹੁੰਦੇ ਸੀ ਇਹਨਾਂ ਨੂੰ ਇੱਥੋਂ ਕੱਢ ਦਈਏ, ਕਿਤੇ ਬਾਹਰ ਭੇਜ ਦਈਏ। ਤੁਮ ਸਿੰਘਨ ਤੁਮ ਖਾਤਰ ਹਮ ਘਰ ਸਿੰਘ ਭਾਵ ਆਵੇ। ਤੇ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਡਾ ਘਰ ਸਾਡੇ ਪਿੰਡ ਵਿੱਚ ਹੈ, ਇਸ ਕਰਕੇ ਸਿੱਖ ਸਾਡੇ ਪਿੰਡ ਵਿੱਚ ਆਉਂਦੇ ਨੇ, ਇਸ ਕਰਕੇ ਤੁਸੀਂ ਇਸ ਪਿੰਡ ਤੋਂ ਬਾਹਰ ਚਲੇ ਜਾਓ, ਕਿਉਂਕਿ ਜੇ ਤੁਸੀਂ ਪਿੰਡ ਤੋਂ ਬਾਹਰ ਹੋ ਜਾਓਗੇ ਤੇ ਦੁਬਾਰਾ ਗੁਰੂ ਕੇ ਸਿੱਖ ਆਉਣਗੇ ਨਹੀਂ। ਇਮ ਕਰ ਹਮ ਕੋ ਬਹੁਤ ਸੰਤਾਵੈ। ਕਿਉਂਕਿ ਜਦੋਂ ਗੁਰੂ ਕਾ ਖਾਲਸਾ ਆਉਂਦਾ ਹੈ ਤੇ ਸਾਨੂੰ ਤੰਗੀ ਹੁੰਦੀ ਹੈ, ਸਾਨੂੰ ਪਰੇਸ਼ਾਨੀ ਹੁੰਦੀ ਹੈ। ਸੁਲਤਾਨੀਅਨ ਸਿੰਘਨ ਬੈਰ ਵੱਧ ਗਿਓ। ਕਹਿੰਦੇ ਬਸ ਹੌਲੀ ਹੌਲੀ ਇਸੇ ਤਰ੍ਹਾਂ ਸਰਕਾਰ ਦਾ, ਹਕੂਮਤ ਦਾ ਤੇ ਗੁਰੂ ਕੇ ਖਾਲਸੇ ਦਾ ਵੈਰ ਵੱਧਦਾ ਗਿਆ। ਸਿੰਘਨ ਸੁਲਤਾਨੀਅਨ ਦੰਗ ਭਿਓ। ਇਸ ਤਰ੍ਹਾਂ ਕਈ ਥਾਵਾਂ ਦੇ ਉੱਤੇ ਗੁਰੂ ਕੇ ਖਾਲਸੇ ਦੇ ਤੇ ਬਾਗੀ ਖਾਲਸੇ ਦੇ ਨਾਲ ਹਕੂਮਤਾਂ ਦੇ ਲੋਕਾਂ ਦੇ, ਸਰਕਾਰੀ ਲੋਕਾਂ ਦੇ, ਸੁਲਤਾਨੀ ਲੋਕਾਂ ਦੇ ਝਗੜੇ ਵੀ ਹੋਏ। ਦੋਹਰਾ ਗੁਰ ਸਿੰਘਨ ਘਰ ਥੀ ਕਮੀ ਉਹ ਸੁਲਤਾਨੀਅਨ ਢੇਰ। ਕਿਉਂਕਿ ਪੁਰਾਣੇ ਸਮੇਂ ਵਿੱਚ ਸਿੱਖਾਂ ਦੇ ਘਰ ਥੋੜੇ ਸੀ ਤੇ ਜਿਹੜੇ ਦੂਸਰੇ ਲੋਕ ਸੀ, ਹਕੂਮਤਾਂ ਦੇ, ਸਰਕਾਰਾਂ ਦੇ ਬੰਦੇ ਸੀ, ਉਹਨਾਂ ਦੇ ਘਰ ਬਹੁਤੇ ਸਨ। ਇਸ ਕਰਕੇ ਸਿੰਘਾਂ ਨੂੰ ਫਿਰ ਉਦੋਂ ਬਹੁਤ ਕੁਝ ਸਹਿਣਾ ਪਿਆ। ਜੰਗਲਾਂ ਵਿੱਚ ਰਾਤਾਂ ਵੀ ਕੱਟਣੀਆਂ ਪਈਆਂ, ਭੁੱਖਾਂ ਵੀ ਸਹਿਣੀਆਂ ਪਈਆਂ। ਸਿੰਘਾਂ ਨੇ ਬਹੁਤ ਮਾੜਾ ਸਮਾਂ ਖਾਲਸਾ ਜੀ ਖਾਲਸੇ ਨੇ ਆਪਣੇ ਪਿੰਡੇ ਤੇ ਹੰਡਾਇਆ। ਵੜਨ ਨਾ ਦੇਵੇ ਖਾਲਸੇ ਕਿਤ ਬੜੇ ਅਵੇਰ ਸਵੇਰ। ਕਿਉਂਕਿ ਸਰਕਾਰਾਂ ਨੇ ਪਹਿਰੇ ਲਾ ਦਿੱਤੇ ਵੀ ਜੇ ਗੁਰੂ ਕਾ ਖਾਲਸਾ ਨਜ਼ਰ ਆਇਆ, ਸਿੱਖ ਨਜ਼ਰ ਆਇਆ ਤੇ ਉਹਨੂੰ ਗ੍ਰਿਫਤਾਰ ਕਰਕੇ ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਸਿੰਘਾਂ ਦਾ ਪੱਤਾ ਪੱਤਾ ਵੈਰੀ ਹੋ ਗਿਆ। ਦਿਨ ਰਾਤ ਸ਼ਹਿਰਾਂ ਦੇ ਵਿੱਚ ਪਹਿਰੇ ਲਾ ਦਿੱਤੇ ਵੀ ਜਿੱਥੇ ਕੋਈ ਗੁਰੂ ਕਾ ਸਿੱਖ ਨਜ਼ਰ ਆਉਂਦਾ ਤੇ ਉਹਨੂੰ ਬੰਦੀ ਬਣਾ ਲਿਆ ਜਾਵੇ। ਚੌਪਈ ਬੋੜਨ ਸਿੰਘਨ ਵੜਨ ਨਾ ਦੇ। ਕਹਿੰਦੇ ਇਸ ਤਰ੍ਹਾਂ ਜਦੋਂ ਪਹਿਰੇ ਲਾ ਲਏ ਤੇ ਸਿੰਘਾਂ ਦਾ ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਉਣਾ ਬਹੁਤ ਕਠਨ ਹੋ ਗਿਆ, ਉਹਨਾਂ ਨੂੰ ਵੜਨ ਨਹੀਂ ਸੀ ਦਿੰਦੇ। ਤੋ ਉਨਕੋ ਸਿੰਘ ਬਾਹਰ ਕਲੇ। ਤਾਂ ਕਹਿੰਦੇ ਉਦੋਂ ਫਿਰ ਗੁਰੂ ਕੇ ਖਾਲਸੇ ਨੇ ਸ਼ਹਿਰਾਂ ਦੀ, ਪਿੰਡਾਂ ਦੀ ਜੂਹ ਤੇ, ਪਿੰਡਾਂ ਦੇ ਬਾਹਰ ਜਾ ਕਰਕੇ ਡੇਰਾ ਲਾਇਆ। ਜਬ ਵੱਡ ਜਥਾ ਭੁਯੰਗਨ ਕੀਓ। ਤਾਂ ਕਹਿੰਦੇ ਜੰਗਲਾਂ ਵਿੱਚ ਰਹਿ ਕਰਕੇ ਰਾਤਾਂ ਕੱਟੀਆਂ, ਪਰ ਜੰਗਲਾਂ 'ਚ ਰਹਿ ਕੇ ਵੀ ਸਿੱਖੀ ਤੋਂ ਦੂਰ ਨਹੀਂ ਹੋਏ, ਬਾਬੇ ਦੀ ਬਾਣੀ ਤੋਂ ਦੂਰ ਨਹੀਂ ਹੋਏ। ਜੰਗਲਾਂ 'ਚ ਰਹਿ ਕੇ ਘੋੜਿਆਂ ਤੇ ਰਾਤਾਂ ਕੱਟ ਕੇ, ਛੋਲੇ ਖਾ ਕਰਕੇ ਵੀ ਗੁਰੂ ਕਾ ਖਾਲਸਾ ਬਾਣੀ ਬਾਣੇ ਦਾ ਪ੍ਰਚਾਰ ਕਰਦਾ ਰਿਹਾ ਤੇ ਇਸ ਖਾਲਸੇ ਪੰਥ ਦੇ ਜਥੇ ਦੇ ਵਿੱਚ ਵਾਧਾ ਹੁੰਦਾ ਰਿਹਾ। 10-20 ਨਾਲ ਡੇਰਾ ਥੀਓ। ਕਹਿੰਦੇ 5 ਤੋਂ 10, 10 ਤੋਂ 15, 15 ਤੋਂ 20, ਇਸ ਤਰ੍ਹਾਂ ਇੱਕ ਇੱਕ ਕਰਕੇ ਖਾਲਸੇ ਪੰਥ ਦੇ ਜਥੇ ਦੇ ਵਿੱਚ ਗਿਣਤੀ ਵੱਧਦੀ ਗਈ। ਜਾਏ ਡੇਰਾ ਟਿਕ ਗ੍ਰਾਮੀ ਲਾਵੇ। ਤੇ ਜਦੋਂ ਜਥਾ ਵੱਧ ਗਿਆ ਗੁਰੂ ਕੇ ਖਾਲਸੇ ਦਾ, ਫਿਰ ਪਿੰਡਾਂ ਤੋਂ ਬਾਹਰ ਜਾ ਕਰਕੇ ਖਾਲਸੇ ਨੇ ਜੰਗਲਾਂ ਵਿੱਚ ਜਾ ਕਰਕੇ ਡੇਰਾ ਕਰਨਾ। ਤੇ ਮੈਂ ਕਈ ਵਾਰੀ ਅਨੁਭਵ ਕਰਦਾ ਇਤਿਹਾਸ ਪੜ੍ਹਦੇ ਕਿ ਵੇਖੋ ਕਿੰਨੀ ਮਹਾਨ ਕਮਾਈਆਂ ਵਾਲੇ ਗੁਰੂ ਕੇ ਸਿੱਖ ਹੋਣਗੇ ਕਿ ਜਦੋਂ ਜੰਗਲਾਂ ਦੇ ਵਿੱਚ ਵੀ ਰਾਤਾਂ ਕੱਟਣੀਆਂ ਪਈਆਂ, ਉਦੋਂ ਵੀ ਸਿੱਖੀ ਤੋਂ ਦੂਰ ਨਹੀਂ ਹੋਏ, ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਦੂਰ ਨਹੀਂ ਹੋਏ। ਜੰਗਲਾਂ ਵਿੱਚ ਭੁੱਖੇ ਰਹਿ ਕੇ ਵੀ ਉਹਨਾਂ ਨੇ ਕਿੰਨੇ ਕੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕੀਤਾ ਹੋਵੇਗਾ ਕਿ ਜਿਸ ਸਿੱਖੀ ਨੂੰ ਮਕਾਉਣ ਵਾਸਤੇ ਹਕੂਮਤਾਂ ਸ਼ੁਰੂ ਤੋਂ ਜ਼ੋਰ ਲਾਉਂਦੀਆਂ ਰਹੀਆਂ, ਅੱਜ ਉਸ ਸਿੱਖੀ ਦੇ ਨਿਸ਼ਾਨ ਸਾਰੇ ਦੇਸ਼ਾਂ ਦੇ ਵਿੱਚ ਝੁੱਲ ਰਹੇ ਨੇ। ਇਹ ਖਾਲਸਾ ਜੀ ਸਾਡੀ ਨਹੀਂ, ਇਹ ਸਾਡੇ ਬਜ਼ੁਰਗਾਂ ਦੀ, ਸਾਡੇ ਪੂਰਵਜਾਂ ਦੀ ਕਮਾਈ ਆ ਜਿਨ੍ਹਾਂ ਜੰਗਲਾਂ ਵਿੱਚ ਰਾਤਾਂ ਕੱਟੀਆਂ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਪਿੰਡਾਂ ਤੋਂ ਬਾਹਰ ਜੰਗਲਾਂ ਵਿੱਚ ਰਾਤਾਂ ਕੱਟ ਕੇ ਗੁਜ਼ਾਰੇ ਕਰਦੇ ਨੇ। ਜੋ ਉਨਕੋ ਕੋਈ ਘਣਾ ਸਤਾਵੇ। ਤੇ ਜਦੋਂ ਗੁਰੂ ਕਾ ਖਾਲਸਾ ਜੰਗਲਾਂ ਵਿੱਚ ਰਾਤਾਂ ਕੱਟਦਾ, ਉੱਥੇ ਜਾ ਕਰਕੇ ਵੀ ਜੇ ਉਹਨਾਂ ਨੂੰ ਕੋਈ ਪਰੇਸ਼ਾਨ ਕਰਦਾ, ਤੰਗ ਕਰਦਾ ਹੈ, ਦੇਵੇ ਨਹੀਂ ਤਿਸ ਬਹੁ ਸੰਤਾ ਹੈ। ਕਹਿੰਦੇ ਲੈਣਾ ਦੇਣਾ ਤੇ ਖਾਲਸੇ ਨਾਲ ਕੋਈ ਵੀ ਨਹੀਂ। ਖਾਲਸਾ ਕਿਹੜਾ ਉਹਨਾਂ ਦੇ ਘਰ ਦੇ ਦਾਣੇ ਚੁੱਕਦਾ ਸੀ।
ਬਸ ਇੱਕ ਖਾਲਸੇ ਨੂੰ ਵੇਖ ਕੇ ਜਰਦੀ ਨਹੀਂ ਸੀ ਹਕੂਮਤ, ਸਰਕਾਰ ਖਾਲਸੇ ਦੇ ਬਾਣੇ ਨੂੰ ਵੇਖ ਕਰਕੇ ਬਾਣਾ ਸੂਲਾਂ ਦੀ ਤਰ੍ਹਾਂ ਉਹਨਾਂ ਦੀਆਂ ਅੱਖਾਂ ਵਿੱਚ ਚੁੱਭਦਾ ਸੀ। ਇਸ ਕਰਕੇ ਹਕੂਮਤ ਜੰਗਲਾਂ ਵਿੱਚ ਜਿਹੜੇ ਸਿੰਘ ਰਾਤਾਂ ਕੱਟਦੇ ਸੀ ਉਹਨਾਂ ਨੂੰ ਜਾ ਕੇ ਵੀ ਤੰਗ ਕਰਦੇ ਸੀ, ਪਰੇਸ਼ਾਨ ਕਰਦੇ ਸੀ। ਊਹਨ ਖੇਤ ਉਜਾੜ ਸੋ ਜਾਹੈ, ਕਹਿੰਦੇ ਖੂਹਾਂ ਦੇ ਵਿੱਚ ਖੇਤਾਂ ਵਿੱਚ ਖਾਲਸਾ ਵੜਦਾ ਨਹੀਂ ਸੀ, ਪਰ ਜਦੋਂ ਜਾ ਕੇ ਹਕੂਮਤਾਂ ਜਾਂ ਪਿੰਡ ਦੇ ਲੰਬੜਦਾਰ ਜਾ ਕੇ ਖਾਲਸਿਆਂ ਦੇ ਜਥੇ ਨੂੰ ਪਰੇਸ਼ਾਨ ਕਰਦੇ ਸੀ, ਕਹਿੰਦੇ ਫਿਰ ਜਿਹੜਾ ਪਿੰਡ ਦਾ ਚੌਧਰੀ ਤੇ ਪਿੰਡ ਦਾ ਲੰਬੜਦਾਰ ਸਰਕਾਰ ਦੇ ਹੁਕਮਾਂ ਦੇ ਨਾਲ ਖਾਲਸੇ ਨੂੰ ਗ੍ਰਿਫਤਾਰ ਕਰਨ ਆਉਂਦਾ ਸੀ, ਖਾਲਸਾ ਫਿਰ ਜਥਾ ਬਣਾ ਕੇ ਉਸੇ ਚੌਧਰੀ ਦੇ ਖੇਤਾਂ ਵਿੱਚ ਜਾ ਕੇ ਡੇਰਾ ਲਾਉਂਦਾ ਸੀ। ਜਿਹੜਾ ਚੌਧਰੀ ਲੰਬੜਦਾਰ ਪਿੰਡ ਦਾ ਖਾਲਸੇ ਨੂੰ ਪਿੰਡ ਤੋਂ ਬਾਹਰ ਕੱਢਦਾ ਸੀ, ਖਾਲਸਾ ਫਿਰ ਘੋੜੇ ਲੈ ਕੇ ਉਹਦੇ ਖੂਹ ਤੇ ਜਾ ਕੇ ਬਹਿ ਜਾਂਦਾ ਸੀ ਕਿ ਉਂਝ ਅਸੀਂ ਤੰਗ ਨਹੀਂ ਕਰਦੇ, ਪਰੇਸ਼ਾਨ ਨਹੀਂ ਕਰਦੇ, ਪਰ ਜੇ ਵਾਧੀ ਕਰੇਗਾ ਫਿਰ ਤੇਰੇ ਖੂਹ ਤੇ ਆ ਕੇ ਤੇਰੇ ਖੇਤਾਂ ਵਿੱਚ ਆ ਕੇ ਡੇਰਾ ਲਾਵਾਂਗੇ। ਇਸੀ ਤੋਰ ਖਾਲਸੇ ਫੜ ਲਈ, ਪਰ ਕਹਿੰਦੇ ਇਸ ਤਰ੍ਹਾਂ ਖਾਲਸੇ ਨੇ ਫਿਰ ਬਸ ਇਹੀ ਤੋਰ ਫੜ ਲਈ ਕਿ ਜਿਹੜੇ ਸਰਕਾਰ ਦੇ ਚੌਧਰੀ, ਹਕੂਮਤ ਦੇ ਚੌਧਰੀ ਤੰਗ ਕਰਦੇ ਸੀ, ਖਾਲਸਾ ਫਿਰ ਉਹਨਾਂ ਦੇ ਨਾਲ ਦੋ ਦੋ ਹੱਥ ਕਰਿਆ ਕਰਦਾ ਸੀ। ਕਈ ਕੋ ਦਿਮ ਗੁਜਰੇ ਭਈ, ਕਹਿੰਦੇ ਇਸ ਤਰ੍ਹਾਂ ਕਈ ਦਿਨ ਬੀਤਦੇ ਗਏ, ਖਾਲਸੇ ਪੰਥ ਨਾਲ ਵਾਧੀ ਹੁੰਦੀ ਰਹੀ, ਸਿੰਘ ਜੰਗਲਾਂ ਵਿੱਚ ਰਾਤਾਂ ਕੱਟਦੇ ਰਹੇ, ਸਮਾਂ ਬੀਤਦਾ ਰਿਹਾ। ਔਰ ਪੰਥ ਬੋ ਬਾਧੇ ਭਏ, ਪਰ ਪੰਥ ਉਦੋਂ ਵੀ ਘਟਿਆ ਨਹੀਂ, ਜੰਗਲਾਂ ਵਿੱਚ ਰਹਿ ਕੇ ਵੀ ਬਾਣੀ ਬਾਣੇ ਦਾ ਪ੍ਰਚਾਰ ਕੀਤਾ, ਪੰਥ ਦੇ ਵਿੱਚ ਵਾਧਾ ਹੁੰਦਾ ਰਿਹਾ। ਸਿੰਘਨ ਲੈਣ ਨਜ਼ਰਾਨੇ ਠਏ, ਕਹਿੰਦੇ ਫਿਰ ਗੁਰੂ ਕੇ ਖਾਲਸੇ ਨੇ ਕਿਹਾ ਜਿਹੜੀ ਸਰਕਾਰ ਲੋਕਾਂ ਤੋਂ ਨਜ਼ਰਾਨਾ ਭਾਵ ਟੈਕਸ ਲੈਂਦੀ ਹੈ ਨਾ, ਇਹ ਜਿਹੜੀ ਸਰਕਾਰ ਲੋਕਾਂ ਤੋਂ ਟੈਕਸ ਲੈ ਕੇ ਮੁੜ ਕੇ ਲੋਕਾਂ ਤੇ ਹੀ ਡਾਂਗਾ ਵਾਰਦੀ ਹੈ, ਕਹਿੰਦੇ ਅਸੀਂ ਹੁਣ ਸਰਕਾਰ ਤੋਂ ਟੈਕਸ ਲਾਂਗੇ, ਸਰਕਾਰ ਤੋਂ ਨਜ਼ਰਾਨੇ ਲਾਂਗੇ। ਫਿਰ ਜਿਹੜੇ ਪਿੰਡ ਦੇ ਚੌਧਰੀ, ਪਿੰਡ ਦੇ ਲੰਬੜਦਾਰ, ਪਿੰਡ ਦੇ ਆਮ ਲੋਕਾਂ ਨੂੰ ਕੁੱਟ ਕੇ ਤੰਗ ਕਰਕੇ ਨਜ਼ਰਾਨਾ ਲੈਂਦੇ ਸੀ, ਖਾਲਸਾ ਉਹਨਾਂ ਚੌਧਰੀਆਂ ਕੋਲੋਂ, ਲੰਬੜਦਾਰਾਂ ਕੋਲੋਂ ਜਾ ਕੇ ਨਜ਼ਰਾਨਾ ਲੈਣਾ ਤੇ ਜਾ ਕੇ ਜਦੋਂ ਨਜ਼ਰਾਨਾ ਲੈ ਲੈਂਦੇ ਸੀ ਫਿਰ ਗਰੀਬਾਂ ਵਿੱਚ ਵੰਡ ਦਿੰਦੇ ਸੀ। ਖਾਲਸਾ ਜੀ ਇਹ ਸੱਚ ਹੈ ਕਿ ਭਾਰਤ ਦੀ ਧਰਤੀ ਤੇ ਇਹ ਸ਼ੁਰੂ ਤੋਂ ਚੱਲਦਾ ਆਇਆ, ਸਰਕਾਰਾਂ ਜਿਨ੍ਹਾਂ ਤੋਂ ਟੈਕਸ ਲੈਂਦੀਆਂ, ਜਿਨ੍ਹਾਂ ਦੀ ਵੋਟਾਂ ਨਾਲ ਸਰਕਾਰ ਬਣਦੀ ਆ, ਮੁੜ ਕੇ ਉਹਨਾਂ ਹੀ ਲੋਕਾਂ ਤੇ ਡਾਂਗਾਂ ਚਲਾਉਂਦੀ ਹੈ। ਤੇ ਖਾਲਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ, ਬਸ ਖਾਲਸਾ ਇਹੀ ਨਹੀਂ ਜਰਦਾ ਕਿ ਲੋਕਾਂ ਤੇ ਜ਼ੁਲਮ ਕਿਉਂ ਕਰਦੇ ਨੇ, ਜ਼ੁਲਮ ਨੂੰ ਠੱਲ ਪਾਉਂਦਾ ਖਾਲਸਾ, ਇਸੇ ਕਰਕੇ ਖਾਲਸੇ ਦੇ ਵੈਰੀ ਨੇ। ਕਹਿੰਦੇ ਜਿਹੜੇ ਲੋਕਾਂ ਤੋਂ ਨਜ਼ਰਾਨਾ ਲੈਂਦੇ ਸੀ, ਖਾਲਸੇ ਨੇ ਉਸੇ ਸਰਕਾਰ ਤੋਂ ਨਜ਼ਰਾਨਾ ਟੈਕਸ ਲੈਣਾ ਸ਼ੁਰੂ ਕਰ ਦਿੱਤਾ। ਦਿਨੋ ਦਿਨ ਪੰਥ ਵੱਧਦੋ ਜਾਏ, ਕਹਿੰਦੇ ਇਸ ਤਰ੍ਹਾਂ ਗੁਰੂ ਕਾ ਸਿੰਘਾਂ ਦਾ ਪੰਥ ਵੱਧਦਾ ਜਾ ਰਿਹਾ, ਗਿਣਤੀ ਵਿੱਚ ਵਾਧਾ ਹੋ ਰਿਹਾ। ਖਾਣ ਪੀਏ ਪਹਿਰਨ ਕੀ ਥੁੜ ਭਈ ਆਏ, ਹੁਣ ਸਿੰਘਾਂ ਦੇ ਵਿੱਚ ਵਾਧਾ ਹੁੰਦਾ ਹੈ, ਖਾਲਸੇ ਪੰਥ ਦਾ ਜਥਾ ਵੱਧਦਾ ਹੈ, ਜੰਗਲਾਂ ਵਿੱਚ ਰਾਤਾਂ ਕੱਟਦੇ ਨੇ, ਉੱਥੇ ਫਿਰ ਖਾਣ ਪੀਣ ਦੀ, ਪਹਿਨਣ ਵਾਲੇ ਵਸਤਰਾਂ ਦੀ ਵੀ ਕਮੀ ਆ ਗਈ ਜਦੋਂ ਸਿੰਘਾਂ ਦਾ ਜਥਾ ਵੱਧਦਾ ਗਿਆ। ਤੋਂ ਪੰਥ ਨੇ ਇਮ ਮਤੋ ਮਤਾਇਓ, ਤਾਂ ਉਸ ਵਕਤ ਗੁਰੂ ਕੇ ਖਾਲਸਿਆਂ ਨੇ ਫਿਰ ਇੱਕ ਮਤਾ ਪਾਇਆ, ਇੱਕ ਵਿਚਾਰ ਕੀਤੀ ਚਾਹੀਏ ਪਿੰਡਨ ਪਰ ਨਜ਼ਰਾਨੋ ਲਾਇਓ, ਕਿ ਜਿਹੜੇ ਪਿੰਡ ਦੇ ਚੌਧਰੀ ਲੋਕਾਂ ਨੂੰ ਤੰਗ ਕਰਦੇ ਨੇ ਉਹਨਾਂ ਤੋਂ ਨਜ਼ਰਾਨਾ ਲੈਣਾ ਸ਼ੁਰੂ ਕਰੀਏ। ਦੋਹਰਾ ਲੋਕ ਨਜ਼ਰਾਨੋ ਨਹਿ ਦੇਹ, ਸਿੰਗਲੇ ਵੇ ਦੰਗੋ ਮਚਾਏ। ਹੁਣ ਸਰਕਾਰ ਦੇ ਜਿਹੜੇ ਚੌਧਰੀ ਲੰਬੜਦਾਰ ਲੋਕਾਂ ਨੂੰ ਤੰਗ ਕਰਕੇ ਮਾਇਆ ਲੁੱਟਦੇ ਸੀ, ਖਾਲਸੇ ਨੂੰ ਨਜ਼ਰਾਨਾ ਦੇਣਾ ਉਹਨਾਂ ਨੂੰ ਔਖਾ ਲੱਗਦਾ ਸੀ, ਉਹ ਖਾਲਸੇ ਪੰਥ ਨੂੰ ਨਜ਼ਰਾਨਾ ਨਹੀਂ ਸੀ ਦਿੰਦੇ। ਫਿਰ ਖਾਲਸਾ ਡਾਂਗ ਦੇ ਜ਼ੋਰ ਦੇ ਨਾਲ, ਤੇਗ ਦੇ ਜ਼ੋਰ ਦੇ ਨਾਲ ਹਕੂਮਤ ਤੋਂ, ਸਰਕਾਰ ਤੋਂ ਨਜ਼ਰਾਨਾ ਵਸੂਲਦਾ ਰਿਹਾ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਦਾ ਸਥਾਨ ਅੰਮ੍ਰਿਤਸਰ ਦੀ ਧਰਤੀ ਤੇ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਵੀ ਸਰਕਾਰ ਤੋਂ ਟੈਕਸ ਵਸੂਲਿਆ, ਉਹਨਾਂ ਨੇ ਵੀ ਉੱਥੇ ਮੋਰਚਾ ਲਾਇਆ ਤੇ ਖਾਲਸਾ ਜੀ ਚਿੱਠੀ ਲਿਖ ਕਰਕੇ ਬਾਬੇ ਬੋਤਾ ਸਿੰਘ ਨੇ ਕਿਹਾ ਕਿ ਮੇਰਾ ਨਾਂ ਹੈਗਾ ਸਿੰਘ ਬੋਤਾ, ਮੈਂ ਰਾਹ ਦੇ ਵਿੱਚ ਖਲੋਤਾ, ਮੇਰੇ ਹੱਥ ਵਿੱਚ ਸੋਟਾ ਮੋਟਾ, ਜਾ ਕੇ ਕਹਿ ਦੀ ਭਾਬੋ ਖਾਨ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਖਾਲਸਾ ਜੀ ਸਰਕਾਰ ਨੂੰ ਇੱਕ ਝੇੜ ਕਰਕੇ, ਖਾਲਸਾ ਪੰਥ ਉਦੋਂ 2 ਸਿੰਘ ਸਨ ਤੇ ਉਹ 2 ਸਿੰਘ ਵੀ ਸਰਕਾਰ ਤੋਂ ਟੈਕਸ ਭਾਵ ਕੇ ਨਜ਼ਰਾਨਾ ਲੈਂਦੇ ਰਹੇ।
ਸੋ ਇਸ ਤਰ੍ਹਾਂ ਜਿਹੜੇ ਖਾਲਸੇ ਨੂੰ ਤੰਗ ਕਰਦੇ ਸੀ, ਖਾਲਸਾ ਫਿਰ ਆਪਣੇ ਤੇਗ ਦੇ ਜ਼ੋਰ ਦੇ ਨਾਲ ਉਹਨਾਂ ਤੋਂ ਨਜ਼ਰਾਨਾ ਵਸੂਲਦਾ ਸੀ। ਤੁਰ ਕਰਨ ਢਿੱਗ ਤਿਨ ਜਾਏ ਕੈ ਦਈ ਫਰਿਆਦ ਸੁਨਾਏ। ਫਿਰ ਇਸ ਤਰ੍ਹਾਂ ਵਿਵਾਦ ਵਧਿਆ ਤੇ ਉਹਨਾਂ ਨੇ ਜਾ ਕੇ ਸਰਕਾਰ ਦੀ ਅਦਾਲਤਾਂ ਦੇ ਵਿੱਚ ਜਾ ਕੇ ਖਾਲਸੇ ਦੇ ਵਿਰੁੱਧ ਫਰਿਆਦ ਕੀਤੀ। ਚੌਪਈ ਤਉ ਚੜ ਫੌਜ ਤੁਰਕਨ ਕੀ ਆਈ। ਤਾਂ ਹੁਣ ਮੁਗਲ ਹਕੂਮਤ ਦੀ ਫੌਜ ਖਾਲਸੇ ਨੂੰ, ਸਿੱਖਾਂ ਨੂੰ ਪਕੜਨ ਵਾਸਤੇ ਚੜ ਕੇ ਆਈ। ਹੁਣ ਸਿੰਘਨ ਬੋਲਿਓ ਫੜਾਈ। ਤੇ ਕਈਆਂ ਨੇ ਫਿਰ ਸਿੰਘਾਂ ਦੀ ਸੂਹ ਦੇ ਕਰਕੇ, ਗਦਾਰੀ ਕਰਕੇ ਖਾਲਸੇ ਪੰਥ ਨੂੰ ਗ੍ਰਿਫਤਾਰ ਕਰਵਾਇਆ। ਫੜ ਫੜ ਦੀਨ ਲਾਹੌਰ ਕਲਾਏ। ਤੇ ਜਦੋਂ ਖਾਲਸੇ ਨੂੰ ਗ੍ਰਿਫਤਾਰ ਕਰਦੇ ਸੀ, ਸਿੱਧਾ ਲਾਹੌਰ ਜੇਲ੍ਹ ਦੇ ਵਿੱਚ, ਲਾਹੌਰ ਦੀ ਧਰਤੀ ਤੇ ਗ੍ਰਿਫਤਾਰ ਕਰਕੇ ਭੇਜਦੇ ਸਨ। ਤੁਰਕ ਨਵਾਬ ਸੁਦੈ ਮਰਵਾਏ। ਤੇ ਨਵਾਬ ਦਾ ਹੁਕਮ ਸੀ ਵੀ ਜਦੋਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਕੋਈ ਪੇਸ਼ੀ ਨਹੀਂ, ਕੋਈ ਵਿਚਾਰ ਨਹੀਂ, ਅਦਾਲਤ ਦੇ ਵਿੱਚ ਸਿੱਧਾ ਫਤਵਾ ਜਾਰੀ ਕੀਤਾ ਜਾਵੇ ਕਿ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇ। ਸਿੱਖਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਈ ਮੁਕੱਦਮਾ ਨਹੀਂ ਸੀ ਚੱਲਦਾ, ਸਿੱਧਾ ਕਤਲ ਕਰਨ ਦੇ ਹੁਕਮ ਹਕੂਮਤ ਵੱਲੋਂ ਦਿੱਤੇ ਗਏ ਸੀ। ਇਸ ਤਰ੍ਹਾਂ ਸਿੰਘਾਂ ਦੇ ਉੱਤੇ ਵਾਧੀ ਕਰਦੇ ਰਹੇ। ਐਸੀ ਬਾਤ ਸਿੰਘਨ ਸੰਗ ਭਈ। ਇਸ ਤਰ੍ਹਾਂ ਸਿੰਘਾਂ ਦੇ ਨਾਲ ਵਾਧੀ ਹੁੰਦੀ ਰਹੀ। ਬੜਾ ਮਾੜਾ ਸਮਾਂ, ਬੜਾ ਸੰਘਰਸ਼ ਗੁਰੂ ਕੇ ਖਾਲਸੇ ਨੇ ਕੀਤਾ ਤੇ ਅੱਜ ਵੀ ਗੁਰੂ ਕਾ ਖਾਲਸਾ ਸੰਘਰਸ਼ ਹੀ ਕਰ ਰਿਹਾ ਹੈ। ਸਿੰਘਨ ਪੀਏ ਦਿਓ ਰੋਲੇ ਮਚਈ। ਕਹਿੰਦੇ ਜਦੋਂ ਖਾਲਸੇ ਪੰਥ ਨੂੰ ਪਕੜ ਕੇ ਮਾਰਨਾ ਸ਼ੁਰੂ ਕੀਤਾ, ਫਿਰ ਖਾਲਸਿਆਂ ਨੇ ਹੋਰ ਵੀ ਲਹਿਰ ਤੇਜ਼ ਕੀਤੀ, ਹਕੂਮਤ ਦੇ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ। ਤੋੜਨ ਕੋ ਸਿੰਘ ਭੀ ਲੈ ਮਾਰੀ। ਕਹਿੰਦੇ ਫਿਰ ਜੇ ਕਿਤੇ ਮੁਗਲ ਹਕੂਮਤ ਦੇ ਸਿਪਾਹੀ ਕਿਤੇ ਥੋੜੇ ਜੇ ਮਿਲ ਜਾਂਦੇ ਸੀ, ਖਾਲਸਾ ਫਿਰ ਥੋੜੇ ਜੇ ਸਿਪਾਹੀਆਂ ਦੀ ਟੁਕੜੀ ਨੂੰ ਫੜ ਕੇ ਉੱਥੇ ਹੀ ਸੋਧਾ ਲਾ ਦਿੰਦਾ ਸੀ। ਬਹੁਤਨ ਦੇਖ ਸਿੰਘ ਰਲ ਜਾਏ ਝਾੜੀ। ਤੇ ਕਹਿੰਦੇ ਜੇ ਕਿਤੇ ਹਕੂਮਤ ਫੌਜ ਬਹੁਤੀ ਚੜ ਕੇ ਆਉਂਦੀ ਸੀ, ਫਿਰ ਗੁਰੂ ਕੇ ਖਾਲਸੇ ਜੰਗਲਾਂ ਵਿੱਚ ਵੀ ਰਾਤਾਂ ਕੱਟਦੇ ਨੇ। ਸਿੰਘ ਤੁਰਕਨ ਵੱਧ ਗਏ ਉਹ ਬਾਦ। ਇਸ ਤਰ੍ਹਾਂ ਹਕੂਮਤ ਦਾ ਤੇ ਸਿੰਘਾਂ ਦਾ ਵੈਰ ਵੱਧਦਾ ਜਾ ਰਿਹਾ ਹੈ। ਕਬ ਸਿੰਘਨ ਤੁਰਕਨ ਬਨਿਓ ਥੋ ਸਵਾਦ। ਕਹਿੰਦੇ ਸਿੰਘਾਂ ਦਾ, ਗੁਰੂ ਕੇ ਖਾਲਸੇ ਦਾ ਤੇ ਮੁਗਲ ਹਕੂਮਤ ਦਾ ਆਪਸ ਦੇ ਵਿੱਚ ਕਿਤੇ ਵੀ ਬਣ ਨਹੀਂ ਸੀ ਆਉਂਦੀ। ਵੇਖੋ, ਜੇ ਵੇਖਿਆ ਜਾਵੇ, ਨਾ ਤੇ ਸਤਿਗੁਰਾਂ ਦੀ ਤੇ ਨਾ ਸਤਿਗੁਰੂ ਦੇ ਖਾਲਸੇ ਦੀ ਔਰੰਗਜ਼ੇਬ ਨਾਲ, ਮੁਗਲ ਹਕੂਮਤ ਨਾਲ ਕੋਈ ਨਿੱਜੀ ਦੁਸ਼ਮਣੀ ਸੀ। ਦੁਸ਼ਮਣੀ ਕੋਈ ਵੀ ਨਹੀਂ ਸੀ, ਸਿਰਫ ਇੱਕ ਅਤਿਆਚਾਰ ਰੋਕਿਆ ਜਾ ਰਿਹਾ ਸੀ ਕਿਉਂਕਿ ਮੁਗਲ ਹਕੂਮਤ ਜ਼ਬਰੀ ਧਰਮ ਤਬਦੀਲ ਕਰਵਾ ਰਹੀ ਸੀ, ਹਿੰਦੂ ਮੰਦਿਰ ਢਾਹ ਰਹੀ ਸੀ, ਜਿਹੜੇ ਹਿੰਦੂ ਲੋਕ ਸਨ ਉਹਨਾਂ ਦੇ ਜਨੇਊ ਧੱਕੇ ਨਾਲ ਉਤਾਰ ਰਹੀ ਸੀ। ਤੇ ਗੁਰੂ ਕਾ ਖਾਲਸਾ ਸਿਰਫ ਇਸ ਗੱਲ ਦਾ ਨਾਰਾ ਬੁਲੰਦ ਕਰਦਾ ਸੀ ਕਿ ਕਿਸੇ ਦੇ ਵੀ ਧਰਮ ਦੇ ਉੱਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ। ਧਾਰਮਿਕ ਅਸਥਾਨ ਕੋਈ ਵੀ ਹੋਵੇ, ਸਾਰੇ ਸਤਿਕਾਰਯੋਗ ਨੇ, ਕਿਸੇ ਦੇ ਧਰਮ ਨੂੰ ਨਿੰਦਣਾ ਨਹੀਂ ਚਾਹੀਦਾ, ਕਿਸੇ ਦਾ ਧਰਮ ਜ਼ਬਰੀ ਤਬਦੀਲ ਨਹੀਂ ਕਰਨਾ ਚਾਹੀਦਾ। ਕੋਈ ਆਪਣੀ ਮਰਜ਼ੀ ਨਾਲ ਧਰਮ ਵਿੱਚ ਆ ਜਾਵੇ ਗੱਲ ਵੱਖਰੀ ਹੈ, ਪਰ ਕਿਸੇ ਉੱਤੇ ਅਤਿਆਚਾਰ ਕਰਕੇ ਉਹਦਾ ਧਰਮ ਤਬਦੀਲ ਕਰਾਉਣਾ ਪਾਪ ਹੈ। ਇਹ ਗੁਰੂ ਕੇ ਖਾਲਸੇ ਨੇ ਆਵਾਜ਼ ਚੱਕੀ ਤੇ ਇਸੇ ਆਵਾਜ਼ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ। ਤੇ ਖਾਲਸਾ ਜੀ ਉਸ ਤੋਂ ਬਾਅਦ ਜਦੋਂ ਖਾਲਸਾ ਪ੍ਰਗਟ ਹੋਇਆ, ਇਸੇ ਗੱਲ ਕਰਕੇ ਹਕੂਮਤ ਔਰੰਗਜ਼ੇਬ ਬਾਦਸ਼ਾਹ ਵੀ ਖਾਲਸੇ ਨਾਲ ਵਾਧੀ ਕਰਦਾ ਰਿਹਾ। ਬੇਈਮਾਨ ਹਿੰਦੂ ਉਨ ਵੱਲ ਭਏ। ਤੇ ਕਹਿੰਦੇ ਕਈ ਬੇਈਮਾਨ ਲੋਕ ਵੀ ਸਨ। ਚੰਗੇ ਮਾੜੇ ਹਰ ਧਰਮ ਵਿੱਚ ਹੁੰਦੇ ਨੇ। ਕਹਿੰਦੇ ਕਈ ਬੇਈਮਾਨ ਲੋਕ ਸਰਕਾਰਾਂ ਦੇ ਕੋਲੋਂ ਪੈਸੇ ਲੈ ਕਰਕੇ ਸਿੰਘਾਂ ਦੀ ਸੂਹ ਦਿੰਦੇ ਸਨ ਕਿ ਆ ਕੇ ਪਕੜ ਲਵੋ, ਗ੍ਰਿਫਤਾਰ ਕਰ ਲਵੋ। ਜਾਂ ਤੇ ਅਦਕ ਪੰਥੇ ਬੈਰ ਭਏ। ਇਸ ਤਰ੍ਹਾਂ ਫਿਰ ਵੈਰ ਵੀ ਵੱਧਦਾ ਸੀ ਆਪਸ ਵਿੱਚ ਜਦੋਂ ਗਦਾਰ ਗਦਾਰੀ ਕਰਦੇ ਨੇ, ਕਿਉਂਕਿ ਖਾਲਸਾ ਉਂਝ ਨਹੀਂ ਮੁੱਕਦਾ, ਖਾਲਸੇ ਨੂੰ ਕੋਈ ਮਾਰ ਨਹੀਂ ਸਕਦਾ। ਸਿੱਖ ਮਰਦਾ ਉਦੋਂ ਹੈ ਜਦੋਂ ਸਿੱਖ ਦੇ ਨਾਲ ਸਿੱਖ ਗਦਾਰੀ ਕਰਦਾ। ਜੇ ਗਦਾਰ ਗਦਾਰੀ ਨਾ ਕਰੇ ਤਾਂ ਦੁਨੀਆ ਵਿੱਚ ਕਿਸੇ ਹਕੂਮਤ ਦੀ ਤਾਕਤ ਨਹੀਂ ਉਹ ਖਾਲਸੇ ਪੰਥ ਨੂੰ ਮੁਕਾ ਸਕੇ। ਪਰ ਗਦਾਰਾਂ ਦੀ ਗਦਾਰੀ ਤੋਂ ਬਾਅਦ ਵੀ ਖਾਲਸਾ ਨਹੀਂ ਮੁੱਕਦਾ, ਕਿਉਂਕਿ ਖਾਲਸਾ ਪੰਥ ਪਰਮਾਤਮਾ ਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਹੈ। ਸੋ ਇਸ ਤਰ੍ਹਾਂ ਉਦੋਂ ਵੀ ਗਦਾਰੀ ਕਰਕੇ ਸਿੰਘਾਂ ਦੀ ਸੂਹ ਦੇ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਾਉਂਦੇ ਨੇ।
ਉਤੇ ਸੁਲਤਾਨੀ ਅਦੇ ਮੁਸਲਮ ਮੈਂ। ਕਹਿੰਦੇ ਕਈ ਗੁੱਗੇ ਪੀਰ ਨੂੰ ਮੰਨਣ ਵਾਲੇ, ਕਈ ਮੁਗਲ ਹਕੂਮਤ ਦੇ ਪ੍ਰਭਾਵ ਥੱਲੇ ਆਏ ਲੋਕ, ਉਹ ਸਿੰਘਾਂ ਦੇ ਨਾਲ ਬਹੁਤ ਗਦਾਰੀ ਕਰਦੇ, ਵੈਰ ਕਰਦੇ ਨੇ। ਹਿੰਦੂ ਕਹਾਵੇ ਝੂਠੇ ਨਿਕੰਮੇ। ਤੇ ਕਹਿੰਦੇ ਕਈ ਭੇਖਤਾਰੀ ਵੀ ਸੀ, ਆਪਣੇ ਆਪ ਨੂੰ ਕਹਾਉਂਦੇ ਹਿੰਦੂ ਸਨ, ਪਰ ਅਸਲ ਦੇ ਵਿੱਚ ਉਹ ਸਰਕਾਰ ਦੇ ਲੋਕ ਹੁੰਦੇ ਸਨ। ਅੱਜ ਵੀ ਆਪਾਂ ਵੇਖ ਸਕਦੇ ਹਾਂ ਕਿ ਕਈ ਥਾਵਾਂ ਤੇ ਵੇਖਣ ਵਿੱਚ ਲੱਗਦਾ ਬੜਾ ਵੱਡਾ ਸਿੱਖ ਹੈ, ਬੜਾ ਵੱਡਾ ਧਰਮੀ ਹੈ, ਬੜਾ ਵੱਡਾ ਹਿੰਦੂ ਹੈ, ਪਰ ਅਸਲ ਵਿੱਚ ਉਹ ਸਰਕਾਰ ਦੇ ਲੋਕ ਹੁੰਦੇ ਨੇ, ਜਿਹੜੇ ਧਰਮ ਤੇ ਰਾਜਨੀਤੀ ਕਰਕੇ ਧਰਮ ਦੇ ਝਗੜੇ ਸ਼ੁਰੂ ਕਰਦੇ ਨੇ। ਤੇ ਪੁਰਾਣੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੇ ਆਪਣੇ ਲੋਕ ਛੱਡੇ ਹੋਏ ਸੀ, ਜਿਹੜੇ ਆਪਣੇ ਆਪ ਨੂੰ ਹਿੰਦੂ ਜਾਂ ਧਰਮੀ ਕਹਿੰਦੇ ਸੀ, ਪਰ ਅਸਲ ਵਿੱਚ ਸਰਕਾਰੀ ਲੋਕ ਹੁੰਦੇ ਸੀ ਤੇ ਝਗੜਾ ਸ਼ੁਰੂ ਕਰ ਦਿੰਦੇ ਨੇ। ਓਏ ਸਿੰਘਨ ਦੱਸ ਦੇ ਪਕੜਾਏ। ਸਿੰਘਾਂ ਦੀ ਸੂਹ ਦੇ ਕੇ, ਸਿੰਘਾਂ ਦੀ ਖਬਰ ਦੇ ਕੇ ਉਹ ਸਰਕਾਰੀ ਲੋਕ ਗਦਾਰੀ ਕਰਕੇ ਪਕੜਾਉਂਦੇ ਨੇ। ਸਿੰਘ ਮਾਰੇ ਉਹਨੂੰ ਟੋਲ ਘਰ ਜਾਏ। ਫਿਰ ਕਹਿੰਦੇ ਜਦੋਂ ਗੁਰੂ ਕੇ ਖਾਲਸੇ ਨੂੰ ਪਤਾ ਲੱਗਣਾ ਵੀ ਇਸ ਤਰ੍ਹਾਂ ਹਕੂਮਤ ਦੇ ਲੋਕ ਸਾਡੇ ਵਿੱਚ ਰਹਿ ਕੇ ਗਦਾਰੀ ਕਰ ਰਹੇ, ਖਾਲਸਾ ਫਿਰ ਉਹਨਾਂ ਦੇ ਘਰਾਂ ਦੀ ਤਲਾਸ਼ ਕਰਕੇ ਉਹਨਾਂ ਦਾ ਵੀ ਸੋਧਾ ਲਾਉਂਦਾ ਹੈ। ਦੋਹਰਾ ਜੋ ਸਿੰਘ ਕਾਬੂ ਉਨ ਆਵੇ, ਸੋਏ ਓਏ ਦੇਵੇ ਮਾਰ। ਪਰ ਕਹਿੰਦੇ ਜਿਹੜਾ ਕੋਈ ਸਿੰਘ ਹਕੂਮਤ ਦੇ ਕਾਬੂ ਆ ਜਾਂਦਾ ਸੀ ਤੇ ਹਕੂਮਤ ਬੜੇ ਤਸੀਹੇ ਦੇ ਕੇ ਤਸ਼ੱਦਦ ਦੇ ਨਾਲ ਉਸ ਸਿੱਖ ਨੂੰ ਮਾਰ ਮਕਾਉਂਦੀ ਸੀ। ਸਿੰਘਨ ਉਹ ਸੁਲਤਾਨੀਅਨ ਵੱਧ ਗਈ ਇੰਬੜਾਰ। ਇਸ ਤਰ੍ਹਾਂ ਹਕੂਮਤ ਦਾ ਤੇ ਸਿੰਘਾਂ ਦਾ ਵੈਰ ਵੱਧਦਾ ਗਿਆ। ਚੌਪਈ ਤੋਰਨ ਜੱਟ ਸਿੰਘ ਕਾਬੂ ਨਾ ਆਵੇ। ਕਹਿੰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਕਿ ਜੱਟ ਜ਼ਿਮੀਂਦਾਰ, ਜਿਹੜੇ ਆਮ ਲੋਕ ਸਨ, ਸਰਕਾਰੀ ਹਕੂਮਤ ਦੇ ਪ੍ਰਭਾਵ ਥੱਲੇ, ਤੇ ਇੱਕ ਪਾਸੇ ਸਿੰਘ ਗੁਰੂ ਕੇ ਹੁੰਦੇ ਭਾਵੇਂ ਖਾਲਸੇ ਮੁੱਠੀ ਭਰ ਸਨ, ਪਰ ਛੇਤੀ ਕੀਤਿਆਂ ਸਰਕਾਰਾਂ ਦੇ ਹੱਥ ਨਹੀਂ ਸੀ ਆਉਂਦੇ, ਕਿਉਂਕਿ ਖਾਲਸੇ ਪੰਥ ਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਸਿੱਖਾਂ ਨੂੰ ਥਾਪੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ। ਜਿਹੜਾ ਬੰਦਾ ਸੱਚਾ ਸੁੱਚਾ ਹੋਵੇ, ਧਰਮੀ ਹੋਵੇ, ਬਾਣੀ ਬਾਣੇ ਦਾ ਧਾਰਨੀ ਹੋਵੇ, ਕਿਸੇ ਦਾ ਮਾੜਾ ਨਾ ਕਰਦਾ ਹੋਵੇ, ਕਿਸੇ ਉੱਤੇ ਅਤਿਆਚਾਰ ਨਾ ਕਰਦਾ ਹੋਵੇ, ਉਹਨੂੰ ਕੋਈ ਮਾਰ ਨਹੀਂ ਸਕਦਾ, ਮੁਕਾ ਨਹੀਂ ਸਕਦਾ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਸਿੰਘ ਥੋੜੇ ਹੁੰਦੇ ਸੀ, ਮੁੱਠੀ ਭਰ ਹੁੰਦੇ ਸੀ, ਪਰ ਤਾਂ ਵੀ ਗੁਰੂ ਦੀ ਕਿਰਪਾ ਨਾਲ ਛੇਤੀ ਕਿਤਿਆਂ ਹੱਥ ਨਹੀਂ ਸੀ ਆਉਂਦੇ। ਸੋ ਬਹੁਤ ਤੁਰਕਨ ਚਾੜ ਲਿਆਵੇ। ਤੇ ਕਹਿੰਦੇ ਉਦੋਂ ਫਿਰ ਜਿਹੜੇ ਗਦਾਰ ਲੋਕ ਹੋਰ ਚੁਗਲੀਆਂ ਲਾ ਕਰਕੇ ਮੁਗਲ ਹਕੂਮਤ ਦੀ ਫੌਜ ਚਾੜ ਕੇ ਲਿਆਉਂਦੇ ਸੀ। ਇਹ ਸੱਚ ਹੈ ਕਿ ਸਰਕਾਰਾਂ ਨੂੰ ਜਦੋਂ ਚੁਗਲੀ ਲਾਈ ਜਾਂਦੀ ਹੈ, ਸ਼ਹਿ ਦਿੱਤੀ ਜਾਂਦੀ ਹੈ, ਉਦੋਂ ਫਿਰ ਸਰਕਾਰਾਂ ਹੋਰ ਫੌਜ ਦੇ ਨਾਲ ਚੜ ਕੇ ਆਉਂਦੀਆਂ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਗਦਾਰਾਂ ਨੇ ਜਾ ਕਰਕੇ ਚੁਗਲੀਆਂ ਲਾਈਆਂ, ਤਾਂ ਹੀ ਖਾਲਸਾ ਜੀ ਸਰਕਾਰਾਂ ਫਿਰ ਤੋਪਾਂ ਟੈਂਕਾਂ ਨਾਲ ਚੜ ਕੇ ਆਈਆਂ। ਭਾਵ ਜਦੋਂ ਗਦਾਰ ਗਦਾਰੀ ਕਰਕੇ ਚੁਗਲੀ ਲਾਉਂਦੇ ਤਾਂ ਹਕੂਮਤ ਭੜਕਦੀ ਹੈ, ਸਰਕਾਰਾਂ ਭੜਕ ਕੇ ਫਿਰ ਹੋਰ ਫੌਜ ਚਾੜ ਕੇ ਜਾਂਦੀਆਂ ਨੇ। ਤੋ ਸਿੰਘਨ ਜਾਏ ਝਾੜੀ ਰਲ ਬਹੇ। ਉਦੋਂ ਫਿਰ ਗੁਰੂ ਕਾ ਖਾਲਸਾ ਦੁਬਾਰਾ ਜੰਗਲਾਂ ਵਿੱਚ ਲੁਕ ਛਿਪ ਕੇ ਰਾਤਾਂ ਕੱਟਦਾ ਹੈ। ਆਗੇ ਪਿੱਛੇ ਫੜ ਤੁਰਕਨ ਖੋਏ ਖਹੇ। ਤੇ ਸਮੇਂ ਮੁਤਾਬਕ ਕਹਿੰਦੇ ਫਿਰ ਗੁਰੂ ਕਾ ਖਾਲਸਾ ਨੀਤੀ ਦੇ ਨਾਲ ਮੁਗਲ ਹਕੂਮਤ ਦੇ ਸਿਪਾਹੀਆਂ ਨੂੰ ਵੀ ਮਾਰ ਮਕਾਉਂਦਾ ਹੈ। ਜਦੋਂ ਰਾਤਾਂ ਨੂੰ ਮੁਗਲ ਹਕੂਮਤ ਦੇ ਸਿਪਾਹੀਆਂ ਨੇ ਆਰਾਮ ਕਰਨਾ, ਰਾਤ ਨੂੰ ਸੋਣਾ, ਫਿਰ ਖਾਲਸੇ ਨੇ ਜਕਾਰਾ ਗਜਾ ਕਰਕੇ ਅੱਧੀ ਰਾਤ ਨੂੰ ਸਿਪਾਹੀਆਂ ਨੂੰ ਵੀ ਜਾ ਕੇ ਸੋਧਾ ਲਾਉਣਾ। ਜਬ ਪਰ ਪੰਥੋਂ ਪੜੇ ਨਾ ਜ਼ੋਰ। ਕਹਿੰਦੇ ਜਦੋਂ ਖਾਲਸੇ ਪੰਥ ਦੇ ਉੱਤੇ ਜ਼ੋਰ ਨਹੀਂ ਸੀ ਚੱਲਦਾ ਹਕੂਮਤ ਦਾ, ਪੜੇ ਸਿੰਘਨ ਕੈ ਪਿਤ ਮਾਤ ਟੋਰ। ਤੇ ਜਿਹੜੇ ਸਿੱਖਾਂ ਦੇ ਘਰ ਦੇ ਰਿਸ਼ਤੇਦਾਰ ਹੁੰਦੇ ਸੀ, ਮਾਤਾ ਪਿਤਾ ਭੈਣ ਭਰਾ, ਫਿਰ ਖਾਲਸਾ ਜੀ ਉਹਨਾਂ ਨੂੰ ਜਾ ਕਰਕੇ ਹਕੂਮਤ ਤੰਗ ਕਰਦੀ ਸੀ, ਪਰੇਸ਼ਾਨ ਕਰਦੀ ਸੀ। ਇਸ ਤਰ੍ਹਾਂ ਕਿ ਜੇ ਸਿੱਖ ਹੱਥ ਵਿੱਚ ਨਹੀਂ ਆਉਂਦਾ, ਸਿੱਖ ਦੇ ਮਾਪਿਓ ਪਕੜ ਲਓ, ਉਹਨਾਂ ਦੇ ਭੈਣ ਭਰਾ ਪਕੜ ਲਓ, ਉਹਨਾਂ ਦੀ ਬੇਪੱਤੀ ਕਰੋ। ਉਹਨਾਂ ਦੀ ਬੇਪੱਤੀ ਕਰਾਂਗੇ ਤੇ ਸਿੰਘ ਆਪਣੇ ਆਪ ਗ੍ਰਿਫਤਾਰ ਹੋ ਜਾਣਗੇ। ਇਹ ਨੀਤੀਆਂ ਇੱਕੋ ਹੀ ਰਹੀਆਂ, ਚਿਹਰੇ ਬਦਲਦੇ ਨੇ, ਹਕੂਮਤਾਂ ਬਦਲਦੀਆਂ, ਪਰ ਸਿੱਖਾਂ ਪ੍ਰਤੀ, ਖਾਲਸੇ ਪ੍ਰਤੀ ਨੀਤੀਆਂ ਭਾਰਤ ਦੀ ਧਰਤੀ ਤੇ ਇੱਕੋ ਤਰ੍ਹਾਂ ਦੀਆਂ ਹੀ ਸਰਕਾਰਾਂ ਵੱਲੋਂ ਵਰਤੀਆਂ ਜਾਂਦੀਆਂ। ਔਰ ਸਿੰਘ ਜੋ ਕਿਰਤ ਕਮਾਹੇ। ਤੇ ਕਹਿੰਦੇ ਜਿਹੜੇ ਗੁਰੂ ਕੇ ਆਮ ਸਿੱਖ
ਆਪਣੇ ਘਰਾਂ ਵਿੱਚ ਰਹਿ ਕੇ ਕਿਰਤ ਕਮਾਈ ਕਰਦੇ ਨੇ। उनको पकड़ सो दे मरवाए। ਜਿਹੜੇ ਆਮ ਕਿਰਤ ਕਮਾਈ ਕਰਨ ਵਾਲੇ ਗੁਰੂ ਕੇ ਸਿੱਖ ਹੁੰਦੇ ਸੀ, ਸਰਕਾਰਾਂ ਉਹਨਾਂ ਸਿੱਖਾਂ ਨੂੰ ਪਕੜ ਕੇ ਮਾਰ ਦਿੰਦੀ ਸੀ, ਕਤਲ ਕਰ ਦਿੰਦੀ ਸੀ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਹੁੰਦਾ। ਉਤੇ ਗੁਰਦੁਆਰੇ ਜੋ ਸਿੰਘ ਰਹੇ, ਤੇ ਕਹਿੰਦੇ ਜਿਹੜੇ ਗੁਰੂ ਘਰਾਂ ਵਿੱਚ ਗੁਰੂ ਕੇ ਸਿੰਘ ਰਹਿੰਦੇ ਨੇ, ਧਰਮਸਾਲ ਮਦ ਬੁੰਗਨ ਬਹੇ। ਤੇ ਜਿਹੜੇ ਧਰਮਸ਼ਾਲਾਵਾਂ ਦੇ ਵਿੱਚ ਤੇ ਜਿਨ੍ਹਾਂ ਨੇ ਬੁੰਗੇ ਉਸਾਰੇ ਹੋਏ ਸੀ, ਕੁਝ ਸਿੰਘ ਬੁੰਗਿਆਂ ਵਿੱਚ ਰਹਿੰਦੇ ਸਨ। ਸੋ ਪੀ ਤੁਰਕਨ ਦੇ ਫੜਾਏ। ਕਹਿੰਦੇ ਉਹ ਵੀ ਮੁਗਲ ਹਕੂਮਤ ਗ੍ਰਿਫਤਾਰ ਕਰਕੇ ਲੈ ਜਾਂਦੀ ਸੀ ਤੇ ਮਾਰ ਦਿੰਦੀ ਸੀ। ਜਿਹੜੇ ਗੁਰੂ ਘਰਾਂ ਵਿੱਚ ਰਹਿ ਕੇ ਸੇਵਾ ਕਰਦੇ ਸੀ ਜਾਂ ਜਿਹੜੇ ਬੁੰਗਿਆਂ ਵਿੱਚ ਰਹਿ ਕੇ ਬਾਣੀ ਬਾਣੇ ਦਾ ਪ੍ਰਚਾਰ ਕਰਦੇ ਸੀ, ਸਰਕਾਰਾਂ ਉਹਨਾਂ ਉੱਤੇ ਵੀ ਅਤਿਆਚਾਰ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕਤਲ ਕਰ ਦਿੰਦੀ ਸੀ। ਤੁਰਕ ਤਿਨ ਮਾਰੇ ਸੀਸ ਕਟਾਏ। ਕਹਿੰਦੇ ਉਹਨਾਂ ਨੂੰ ਮਾਰਦੇ ਕਿਸ ਤਰ੍ਹਾਂ ਸਨ? ਉਹਨਾਂ ਦਾ ਸੀਸ ਧੜ ਤੋਂ ਜੁਦਾ ਕਰ ਦਿੰਦੇ ਸੀ। ਇਸ ਤਰ੍ਹਾਂ ਬਹੁਤ ਜ਼ੁਲਮ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਔਰ ਠੋਰ ਕਿਤ ਸਿੰਘ ਹੱਥ ਆਏ। ਤੇ ਕਹਿੰਦੇ ਜਿਸ ਵੀ ਥਾਂ ਦੇ ਉੱਤੇ ਕੋਈ ਗੁਰੂ ਕਾ ਸਿੱਖ, ਗੁਰੂ ਕਾ ਖਾਲਸਾ ਪਕੜ ਵਿੱਚ ਆ ਜਾਣਾ, ਤੁਰਤ ਫੁਰਤ ਤਹ ਦੇ ਮਰਵਾਏ। ਕਹਿੰਦੇ ਹਕੂਮਤ ਦੇ ਇਹ ਹੁਕਮ ਆਦੇਸ਼ ਜਾਰੀ ਹੋਏ ਸਨ ਵੀ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਨਜ਼ਰ ਆਉਂਦਾ ਹੈ, ਉਹਨੂੰ ਗੋਲੀ ਮਾਰ ਦਿੱਤੀ ਜਾਵੇ ਜਾਂ ਉਹਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ, ਉਹਦੀ ਗਰਦਨ ਲਾ ਦਿੱਤੀ ਜਾਵੇ। ਇਸ ਤਰ੍ਹਾਂ ਦੇ ਆਦੇਸ਼, ਇਸ ਤਰ੍ਹਾਂ ਦੇ ਫਤਵੇ ਉਸ ਵਕਤ ਮੁਗਲ ਹਕੂਮਤ ਵੱਲੋਂ ਜਾਰੀ ਕੀਤੇ ਹੋਏ ਸਨ। ਤੋਪੀ ਹੋਣੋ ਸਿੰਘ ਟਲੇ ਸੋ ਨਾਹੀ। ਪਰ ਕਹਿੰਦੇ ਭਾਵੇਂ ਸਿੰਘਾਂ ਦਾ ਪੱਤਾ ਪੱਤਾ ਵੈਰੀ, ਪਰ ਗੁਰੂ ਕਾ ਖਾਲਸਾ ਫਿਰ ਵੀ ਨਹੀਂ ਸੀ ਟਲਦਾ। ਮੌਤ ਦੇ ਡਰਾਵਿਆਂ ਦੇ ਨਾਲ ਵੀ ਗੁਰੂ ਕੇ ਸਿੱਖ ਟਲਦੇ ਨਹੀਂ। ਗੁਰੂ ਕੇ ਸਿੱਖ ਫਿਰ ਵੀ ਬਾਣੀ ਬਾਣੇ ਦੇ ਧਾਰਨੀ ਹੋ ਕੇ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਰਹਿ ਕੇ ਪ੍ਰਚਾਰ ਕਰਦੇ। ਕਹਿੰਦੇ ਜਿਵੇਂ ਇੱਕ ਸਿੱਖ ਨੂੰ ਮਾਰਦੇ, ਇੱਕ ਸਿੱਖ ਦੀ ਮੌਤ ਤੋਂ ਬਾਅਦ 10 ਹੋਰ ਖੜੇ ਹੋ ਜਾਂਦੇ। ਖਾਲਸਾ ਜੀ ਜਦੋਂ ਸ਼ਹੀਦਾਂ ਦਾ ਲਹੂ ਧਰਤੀ ਤੇ ਡੁੱਲਦਾ ਹੈ ਨਾ, ਫਿਰ ਸੱਚ ਹੈ ਉਹ ਲਹੂ ਨਹੀਂ ਡੁੱਲਦਾ, ਬਲਕਿ ਇਸ ਡੁੱਲੇ ਹੋਏ ਲਹੂ ਦੇ ਵਿੱਚੋਂ ਹੋਰ ਕਿੰਨੇ ਹੀ ਖਾਲਸੇ ਪ੍ਰਗਟ ਹੋ ਜਾਂਦੇ ਨੇ। ਸੋ ਜਦੋਂ ਸਿੱਖਾਂ ਨੂੰ ਮਾਰਦੇ ਸੀ, ਸਿੱਖ ਉਦੋਂ ਵੀ ਨਹੀਂ ਸੀ ਟਲਦੇ। ਸਿੱਖ ਗੁਰੂ ਦੀ ਕਿਰਪਾ ਦੇ ਨਾਲ ਫਿਰ ਤਿਆਰ ਬਰ ਤਿਆਰ ਹੋ ਕਰਕੇ ਹਕੂਮਤ ਦੇ ਜ਼ੁਲਮ ਦੇ ਖਿਲਾਫ ਉੱਠ ਕੇ ਜੰਗ ਕਰਦੇ ਸਨ। ਮਰਨੋ ਮਝੈਲੇ ਨਾਹੇ ਡਰਾਹੀ। ਕਹਿੰਦੇ ਮਾਝੇ ਦੇ ਜਿਹੜੇ ਮਝੈਲ ਸਿੰਘ ਸੀ, ਮਾਝੇ ਦੇ ਰਹਿਣ ਵਾਲੇ, ਮਾਲਵੇ ਦੇ ਰਹਿਣ ਵਾਲੇ ਮਲਵਈ ਸਿੰਘ, ਇਹ ਡਰਦੇ ਨਹੀਂ ਸੀ ਮੌਤ ਤੋਂ। ਇਹ ਗੁਰੂ ਦੀ ਕਿਰਪਾ ਦੇ ਨਾਲ ਹੱਥਾਂ ਵਿੱਚ ਤੇਗਾਂ ਪੜ ਕੇ ਮਝੈਲ ਸਿੰਘ ਫਿਰ ਹਕੂਮਤ ਦਾ ਟਾਕਰਾ ਕਰਦੇ ਸੀ। ਦੋਹਰਾ ਰਹਿਤ ਖੂਬ ਬੁੱਧ ਖੂਬ ਲਖ, ਬਾਣੀ ਖੂਬ ਪੜਾਏ। ਪਰ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਇਹ ਜਜ਼ਬਾ ਕਿੱਥੋਂ ਆਉਂਦਾ ਸੀ? ਉਹ ਤਾਂ ਆਉਂਦਾ ਸੀ ਵੀ ਰਹਿਣੀ ਦੇ ਪੱਕੇ ਸਨ, ਰਹਿਤ ਮਰਿਆਦਾ ਵਿੱਚ ਪਰਪੱਕ ਸਨ। ਉਹ ਬਾਣੀ ਬਾਣੇ ਦੇ ਧਾਰਨੀ ਸਨ, ਗੱਲੀ ਬਾਤੀ ਵਾਲੇ ਨਹੀਂ ਸਨ। ਇੱਕ ਫਿਰੇ ਘਨੇਰੇ ਕਰਹੇ ਗੱਲਾਂ, ਗੱਲੀ ਕਿਨਾ ਨਾ ਪਾਇਆ, ਗੱਲਾਂ ਵਾਲੀ ਸਿੱਖੀ ਨਹੀਂ ਸੀ। ਉਹ ਸੱਚਮੁੱਚ ਰਹਿਤ ਮਰਿਆਦਾ ਦੇ ਪੱਕੇ ਸਨ। ਉਹ ਜਿਹੜਾ ਰਹਿਤ ਮਰਿਆਦਾ 'ਚ ਪੱਕਾ ਹੁੰਦਾ, ਉਹਦੇ ਸਿਰ ਤੇ ਕਲਗੀਆਂ ਵਾਲੇ ਦਾ ਹੱਥ ਹੁੰਦਾ। ਜਿਹੜਾ ਬਾਣੀ ਪੜ੍ਹਦਾ, ਉਹਦੇ ਸਿਰ ਤੇ ਕਲਗੀਆਂ ਵਾਲੇ ਦਾ ਹੱਥ ਹੁੰਦਾ। ਤੇ ਇਬਾਦਤ ਤੋਂ ਬਿਨਾ ਸ਼ਹਾਦਤ ਦਾ ਜਜ਼ਬਾ ਨਹੀਂ ਆਉਂਦਾ। ਇਬਾਦਤ ਕਰਦੇ ਸੀ, ਭਗਤੀ ਕਰਦੇ ਸੀ, ਤਾਂ ਜਾ ਕਰਕੇ ਕਲਗੀਆਂ ਵਾਲੇ ਦੀ ਦਰਗਾਹ ਦੇ ਵਿੱਚੋਂ ਦਰਗਾਹੀ ਤਾਕਤ ਨਸੀਬ ਹੁੰਦੀ ਸੀ। ਸੁਲਤਾਨੀ ਦੀਵਾਨੀ ਛੋੜ ਆਏ ਸਤਿਗੁਰ ਪੰਥ ਰਲਵਾਹੇ। ਕਹਿੰਦੇ ਇਸ ਤਰ੍ਹਾਂ ਜਦੋਂ ਗੁਰੂ ਕਾ ਖਾਲਸਾ ਮਾਰਿਆ ਵੀ ਨਹੀਂ ਸੀ ਮੁੱਕਦਾ, ਫਿਰ ਖਾਲਸਾ ਜੀ ਜਿਹੜੇ ਹਕੂਮਤ ਦੇ ਪ੍ਰਭਾਵ ਥੱਲੇ ਰਾਤਾਂ ਕੱਟਦੇ ਸੀ ਨਾ, ਉਹ ਵੀ ਖਾਲਸੇ ਤੋਂ ਪ੍ਰਭਾਵਿਤ ਹੋ ਕੇ, ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਪੰਥ ਵਿੱਚ ਰਲ ਜਾਂਦੇ ਸੀ। ਇਹ ਸਿੱਖ ਦਾ ਜੀਵਨ ਹੁੰਦਾ ਹੈ ਕਿ ਸਿੱਖ ਕਿਸੇ ਇਲਾਕੇ ਵਿੱਚ ਇਕੱਲਾ ਵੀ ਹੋਵੇ ਨਾ, ਪਰ ਸਿੱਖ ਦਾ ਜੀਵਨ ਇਹੋ ਜਿਹਾ ਹੋਵੇ ਵੀ ਜੇ ਕੋਈ ਨਿੰਦਕ ਵੀ ਹੈ, ਕੋਈ ਖਾਲਸਾ ਜੀ ਸਾਕਤ ਵੀ ਹੈ, ਉਹ ਸਿੱਖ ਦੇ ਜੀਵਨ ਨੂੰ ਵੇਖ ਕੇ ਗੁਰੂ ਨਾਲ ਜੁੜ ਜਾਵੇ, ਗੁਰੂ ਚਰਨਾਂ ਨਾਲ ਜੁੜ ਜਾਵੇ। ਮੈਂ ਬੇਨਤੀ ਕਰਾਂ, ਸਿੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਹੈ ਵੀ ਸਿੱਖ ਕਿਸੇ ਗਲੀ ਵਿੱਚੋਂ ਵੀ ਲੰਘ ਜਾਵੇ, ਬਾਣੀ ਪੜਨ ਵਾਲਾ ਸਿੰਘ ਹੋਵੇ, ਕਿਸੇ ਗਲੀ ਵਿੱਚੋਂ ਵੀ ਲੰਘ ਜਾਵੇ ਤੇ ਉਸ ਗਲੀ ਦੇ ਲੋਕ ਵੀ ਕਹਿਣ ਵੀ ਇੱਥੋਂ ਕੋਈ ਗੁਰੂ ਕਾ ਸਿੱਖ ਲੰਘਿਆ ਸੀ। ਕਿਉਂਕਿ ਬਾਣੀ ਪੜਨ ਵਾਲੇ ਦੀ, ਬੰਦਗੀ ਕਰਨ ਵਾਲੇ ਦੀ ਜੋ ਵਾਈਬ੍ਰੇਸ਼ਨ ਹੁੰਦੀਆਂ, ਜੋ ਬਾਣੀ ਪੜਨ ਵਾਲੇ ਦਾ ਆਲਾ ਦੁਆਲਾ ਹੁੰਦਾ ਹੈ, ਖਾਲਸਾ ਜੀ ਉਹ ਸਮਾਜ ਦੇ ਉੱਤੇ, ਸੰਸਾਰ ਦੇ ਉੱਤੇ ਪ੍ਰਭਾਵ ਪਾਉਂਦਾ ਹੈ। ਜਿਹੜਾ ਕੋਈ ਨਾਮ ਜਪਦਾ, ਪਹਿਲਾਂ ਘਰ ਨੂੰ ਬਹੁਤ ਸੋਹਣਾ ਬਣਾਉਂਦਾ ਹੈ,
ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਪਹਿਲਾਂ ਉਹਦੇ ਘਰ ਤੇ ਪ੍ਰਭਾਵ ਪੈਂਦਾ ਹੈ, ਫਿਰ ਜਿਸ ਇਲਾਕੇ ਵਿੱਚ ਘਰ ਹੋਵੇ, ਬੰਦਗੀ ਕਰਨ ਵਾਲਾ ਹੋਵੇ, ਸਾਰੇ ਇਲਾਕੇ ਤੇ ਬੰਦਗੀ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਚੌਪਈ ਦਿਨੇ ਰਾਤ ਪੰਥ ਵਧਦੋ ਆਵਤ। ਕਹਿੰਦੇ ਦਿਨ ਰਾਤ ਕਰਕੇ ਗੁਰੂ ਕੇ ਸਿੱਖਾਂ ਨੇ ਬਾਣੀ ਬਾਣੇ ਦਾ ਪ੍ਰਚਾਰ ਕੀਤਾ। ਉਹਨਾਂ ਸਿੱਖਾਂ ਵਿੱਚ ਜਜ਼ਬਾ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਥ ਵਿੱਚ ਵਾਧਾ ਕਰਨਾ ਹੈ, ਇਸ ਕਰਕੇ ਖਾਲਸਾ ਪੰਥ ਵੱਧਦਾ ਗਿਆ। ਘਰ ਤੇ ਲਿਆ ਕਈ ਸਿੰਘਨ ਖਲਾਵਤ। ਕਹਿੰਦੇ ਸਿੰਘ ਆਪਣੇ ਘਰਾਂ ਨੂੰ ਵੇਚ ਕੇ ਵੀ ਸਿੰਘਾਂ ਦੀ ਸੇਵਾ ਕਰਦੇ ਸੀ। ਇੰਨਾ ਪਿਆਰ ਸੀ ਗੁਰੂ ਕੇ ਸਿੱਖਾਂ ਦਾ ਕਿ ਆਪਣਾ ਘਰ ਵੀ ਸਿੱਖਾਂ ਵਾਸਤੇ ਲਟਾ ਦਿੰਦੇ ਸੀ। ਤੇ ਮਾਫ ਕਰਿਓ, ਅੱਜ ਦੇ ਹਾਲਾਤ ਐ ਨੇ ਕਿ ਕਈ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਆਪਣੇ ਘਰਾਂ ਪਿੱਛੇ ਸਿੱਖਾਂ ਨੂੰ ਲਟਾ ਦਿੰਦੇ ਨੇ, ਸਿੱਖਾਂ ਨੂੰ ਮਰਵਾ ਦਿੰਦੇ ਨੇ। ਪਰ ਜਿਹੜੇ ਪੁਰਾਣੇ ਗੁਰੂ ਕੇ ਸਿੱਖ, ਗੁਰੂ ਕੇ ਖਾਲਸੇ, ਉਹ ਸਿੱਖਾਂ ਵਾਸਤੇ, ਸਿੰਘਾਂ ਵਾਸਤੇ ਆਪਣੇ ਘਰ ਵੀ ਵੇਚ ਦਿੰਦੇ ਨੇ। ਕਿਸੇ ਪੁੱਤਰ ਪੋਤਰੇ ਕਈ ਆਪ। ਕਹਿੰਦੇ ਕੋਈ ਕਿਸੇ ਦਾ ਪੁੱਤਰ, ਕਿਸੇ ਦਾ ਪੋਤਰਾ, ਉਹ ਸਾਰੇ ਹੀ ਪਰਿਵਾਰ ਆ ਕੇ ਗੁਰੂ ਕੇ ਖਾਲਸੇ ਦੀ, ਸਿੰਘਾਂ ਦੀ, ਲੋੜਵੰਦਾਂ ਦੀ ਸੇਵਾ ਕਰਦਾ ਹੈ। ਰਲੇ ਖਾਲਸੇ ਲੱਖ ਵੱਡ ਪ੍ਰਤਾਪ। ਤੇ ਪਰਿਵਾਰਾਂ ਦੇ ਸਮੇਤ ਖਾਲਸੇ ਦੇ ਪ੍ਰਤਾਪ ਤੋਂ ਪ੍ਰਭਾਵਿਤ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਥ ਵਿੱਚ ਰਲਦੇ ਨੇ। ਕੋ ਭੂਖੋ ਕੋ ਨੰਗੋ ਹੋ। ਕਹਿੰਦੇ ਜੇ ਕੋਈ ਲੋੜਵੰਦ ਹੈ, ਕੋਈ ਭੁੱਖਾ ਹੈ, ਕਿਸੇ ਕੋਲ ਵਸਤਰ ਨਹੀਂ, ਕੱਪੜੇ ਨਹੀਂ, ਉਹ ਵੀ ਆਉਂਦਾ ਹੈ। ਰਲ ਖਾਲਸੇ ਸੁਖ ਪਾਵੈ ਸੋ। ਕਿਉਂਕਿ ਜਦੋਂ ਖਾਲਸੇ ਵਿੱਚ ਆ ਕੇ ਰਲਦਾ ਹੈ, ਖਾਲਸਾ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਖਾਲਸਾ ਕਿਸੇ ਨੂੰ ਨੰਗਾ ਨਹੀਂ ਰਹਿਣ ਦਿੰਦਾ। ਕਿਸੇ ਨੂੰ ਵਸਤਰ ਚਾਹੀਦੇ ਹੋਣ, ਖਾਲਸਾ ਵਸਤਰ ਦਿੰਦਾ ਹੈ। ਕਿਸੇ ਨੂੰ ਲੰਗਰ ਚਾਹੀਦਾ ਹੋਵੇ, ਖਾਲਸਾ ਲੰਗਰ ਵਰਤਾਉਂਦਾ ਹੈ। ਪਰ ਇੱਕ ਗੱਲ ਖਾਲਸੇ ਵਿੱਚ ਬੜੀ ਮਹਾਨ ਹੈ ਕਿ ਸਾਰੀ ਦੁਨੀਆ ਵਿੱਚ ਲੰਗਰ ਲਾ ਕੇ ਵੀ ਸਿੱਖ ਦਾਵਾ ਨਹੀਂ ਕਰਦੇ ਵੀ ਲੰਗਰ ਸਿੱਖਾਂ ਦਾ ਹੈ। ਸਿੱਖ ਇਹੋ ਗੱਲ ਕਹਿੰਦੇ ਨੇ ਵੀ ਲੰਗਰ ਗੁਰੂ ਨਾਨਕ ਦਾ, ਸਾਡਾ ਨਹੀਂ। ਕਿਉਂਕਿ ਜਿੱਦਣ ਲੰਗਰ ਆਪਣਾ ਕਹਿਣ ਲੱਗ ਜਾਵਾਂਗੇ, ਲੰਗਰ ਨਹੀਂ ਚੱਲਣਾ। ਜਦੋਂ ਤੱਕ ਗੁਰੂ ਨਾਨਕ ਦਾ ਲੰਗਰ ਕਹਾਂਗੇ, ਲੰਗਰ ਚੱਲਦਾ ਰਹੇਗਾ, ਮੁੱਕਣਾ ਨਹੀਂ। ਤੋਟ ਨਾ ਆਵੇ ਵੱਧਦੋ ਜਾਈ। ਇਹ ਕਾਰਨ ਹੈ ਵੀ ਜਿਨ੍ਹਾਂ ਮਹਾਮਾਰੀਆਂ ਸਰਕਾਰਾਂ ਦੇ ਖਜ਼ਾਨੇ ਖਾਲੀ ਹੁੰਦੇ ਸਨ, ਉਹਨਾਂ ਮਹਾਮਾਰੀਆਂ 'ਚ ਖਾਲਸਾ ਲੰਗਰ ਲਾਉਂਦਾ ਰਿਹਾ। ਜਿੱਥੇ ਆਕਸੀਜਨ ਦੀ ਤੋਟ ਪਈ, ਖਾਲਸਾ ਆਕਸੀਜਨ ਦੇ ਵੀ ਲੰਗਰ ਲਾਉਂਦਾ ਰਿਹਾ ਤੇ ਗੁਰੂ ਨਾਨਕ ਦੀ ਕਿਰਪਾ ਵਰਤਦੀ ਰਹੀ। ਮਾਮਲਿਓ ਟੋਟਾ ਜਿਸ ਜੁਮੇ ਰਹਾਏ। ਕਹਿੰਦੇ ਇਸ ਤਰ੍ਹਾਂ ਕਿਸੇ ਦੇ ਵਿੱਚ ਵੀ ਤੋਟ ਨਹੀਂ ਸੀ ਆਉਂਦੀ, ਕਿਉਂਕਿ ਗੁਰੂ ਕੇ ਖਾਲਸੇ ਦੇ ਉੱਤੇ ਕਿਰਪਾ ਸੀ ਗੁਰੂ ਨਾਨਕ ਦੀ। ਸਾਰੇ ਗੁਰੂ ਨਾਨਕ ਦੇ ਪੰਥ ਦੇ ਵਿੱਚ ਰਲਦੇ ਜਾ ਰਹੇ ਨੇ। ਓਏ ਕਾਟੋ ਜਿਸ ਸਦੇਵ ਆਏ। ਕਹਿੰਦੇ ਜਿਹੜਾ ਵੀ ਗੁਰੂ ਖਾਲਸਾ ਪੰਥ ਦੇ ਕੋਲ ਆਉਂਦਾ, ਖਾਲਸਾ ਪੰਥ ਮੱਥੇ ਵੱਟ ਨਹੀਂ ਪਾਉਂਦਾ, ਬਲਕਿ ਵੰਡ ਕੇ ਛਕਣ ਦੀ ਸਿੱਖਿਆ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦਿੱਤੀ, ਉਸੇ ਸਿੱਖਿਆ ਦੇ ਉੱਤੇ ਪਹਿਰਾ ਦਿੰਦਾ। ਜੋਰੋ ਜੋਰੀ ਜਿਸ ਗੱਲ ਪਾਏ। ਕਹਿੰਦੇ ਨੇ ਭਾਵੇਂ ਕੋਈ ਪਤੀ ਪਤਨੀ, ਘਰ ਦੇ ਗ੍ਰਸਤੀ ਪਰਿਵਾਰ, ਉਹ ਵੀ ਖਾਲਸੇ ਪੰਥ ਵਿੱਚ ਆਉਂਦੇ ਨੇ। ਰਹਿਣ ਨਾ ਮਿਲੇ ਕਹੂੰ ਕਿਤ ਜਾਏ। ਕਹਿੰਦੇ ਨੇ ਜਿਨ੍ਹਾਂ ਨੂੰ ਕਿਤੇ ਰਹਿਣ ਨੂੰ ਨਹੀਂ ਮਿਲਦਾ, ਕਿਤੇ ਟਿਕਾਣਾ ਨਹੀਂ ਮਿਲਦਾ, ਉਹ ਖਾਲਸੇ ਕੋਲ ਆਉਂਦੇ, ਉਹਨਾਂ ਨੂੰ ਰਹਿਣ ਵਾਸਤੇ ਵੀ ਥਾਂ ਮਿਲਦੀ ਹੈ। ਕਿਉਂਕਿ ਇਹ ਗੁਰੂ ਨਾਨਕ ਦਾ ਘਰ ਨਿਆਸਰਿਆਂ ਦਾ ਆਸਰਾ, ਨਿਥਾਵਿਆਂ ਦਾ ਥਾਵ ਹੈ, ਨਿਓਟਿਆਂ ਦੀ ਓਟ ਹੈ, ਨਿਪੱਤਿਆਂ ਦੀ ਪੱਤ ਹੈ, ਨਿਮਾਣਿਆਂ ਦਾ ਮਾਣ ਹੈ ਤੇ ਨਤਾਣਿਆਂ ਦਾ ਤਾਣ ਹੈ। ਇੱਥੇ ਹਰ ਇੱਕ ਗਰੀਬ ਨੂੰ ਨਵਾਜਿਆ ਜਾਂਦਾ ਹੈ। ਜਿਹੜਾ ਨੀਵਾਂ ਹੋ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਉਂਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦਾ ਹੈ, ਸੱਚੇ ਪਾਤਸ਼ਾਹ ਬਿਨਾਂ ਕਿਸੇ ਵਿਤਕਰੇ ਤੋਂ ਮਿਹਰ ਭਰੀ ਨਿਗਾਹ ਦੇ ਨਾਲ ਤੱਕ ਕੇ ਉਸ ਆਏ ਹੋਏ ਨਿਮਾਣੇ ਨੂੰ ਮਾਣ ਬਖਸ਼ਦੇ ਨੇ, ਆਏ ਹੋਏ ਨਤਾਣੇ ਨੂੰ ਤਾਣ ਬਖਸ਼ਦੇ ਨੇ। ਸੋ ਨਰ ਪੰਥ ਖਾਲਸੇ ਵੜੇ। ਸੋ ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਨੂੰ ਕਿਤੇ ਥਾਂ ਨਹੀਂ ਸੀ ਮਿਲਦੀ, ਸੰਸਾਰ ਦੇ ਬੂਹੇ ਬੰਦ ਹੋ ਜਾਂਦੇ ਸੀ, ਇੱਕ ਬੂਹਾ ਨਜ਼ਰ ਆਉਂਦਾ ਸੀ, ਉਹ ਸੀ ਗੁਰੂ ਖਾਲਸੇ ਦਾ। ਤੇ ਗੁਰੂ ਖਾਲਸਾ ਭਾਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਤੇ ਚੱਲਣ ਵਾਲਾ ਗੁਰੂ ਕਾ ਪੰਥ। ਨਹੀਂ ਗਮ ਵੈ ਕਾਹੂ ਕਰੈ। ਕਹਿੰਦੇ ਜਦੋਂ ਖਾਲਸੇ ਕੋਲ ਆਉਂਦੇ ਸੀ, ਫਿਰ ਕੋਈ ਦੁੱਖ ਨਹੀਂ ਸੀ ਰਹਿੰਦਾ, ਕੋਈ ਗਮ ਨਹੀਂ ਸੀ ਰਹਿੰਦਾ, ਕੋਈ ਮੁਸੀਬਤ ਨਹੀਂ ਸੀ ਰਹਿੰਦੀ। ਦੋਹਰਾ ਇਸੀ ਤੋਰ ਨਿਤ ਖਾਲਸੋ ਜਨਮੋ ਜਨਮ ਵਧਾਏ। ਕਹਿੰਦੇ ਇਸੀ ਮਰਿਆਦਾ ਦੇ ਨਾਲ, ਵੰਡ ਕੇ ਛਕਣ ਦੀ ਰਹਿਤ ਦੇ ਨਾਲ, ਲੋੜਵੰਦਾਂ ਦਾ ਭਲਾ, ਲੋੜਵੰਦਾਂ ਦੀ ਮਦਦ ਕਰਨ ਵਾਲੀ ਸਿੱਖਿਆ ਦੇ ਨਾਲ ਖਾਲਸਾ ਪੰਥ ਸਮਾਂ ਬਤੀਤ ਕਰਦਾ ਰਿਹਾ ਤੇ ਖਾਲਸੇ ਪੰਥ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਰਿਹਾ। ਸੋ ਪੰਥ ਸਾਗਰ ਜਿਮ ਅਟਲ
ਕੋ ਇਸ ਸਕੇ ਸੁਕਾਏ। ਕਹਿੰਦੇ ਜਿਸ ਤਰ੍ਹਾਂ ਸਮੁੰਦਰ ਅਚਲ ਹੈ, ਕੋਈ ਸਮੁੰਦਰ ਨੂੰ ਸੁਕਾ ਨਹੀਂ ਸਕਦਾ, ਇਸੇ ਤਰ੍ਹਾਂ ਜਿਹੜਾ ਗੁਰੂ ਕਾ ਖਾਲਸਾ ਵੀ ਇੱਕ ਬੜਾ ਵੱਡਾ ਵਿਸ਼ਾਲ ਸਾਗਰ ਹੈ, ਵਿਸ਼ਾਲ ਸਮੁੰਦਰ ਹੈ। ਜਿਵੇਂ ਕੋਈ ਸਮੁੰਦਰ ਨੂੰ ਸੁਕਾ ਨਹੀਂ ਸਕਦਾ, ਇਸੇ ਤਰ੍ਹਾਂ ਕੋਈ ਖਾਲਸੇ ਪੰਥ ਨੂੰ ਵੀ ਸੁਕਾ ਨਹੀਂ ਸਕਦਾ, ਮੁਕਾ ਨਹੀਂ ਸਕਦਾ, ਬਲਕਿ ਖਾਲਸੇ ਪੰਥ ਨੂੰ ਮਕਾਉਣ ਵਾਲੇ, ਸਕਾਉਣ ਵਾਲੇ ਖੁਦ ਸੁੱਕ ਜਾਂਦੇ ਨੇ, ਖੁਦ ਮੁੱਕ ਜਾਂਦੇ ਨੇ। ਪਰ ਭਾਈ ਰਤਨ ਸਿੰਘ ਭੰਗੂ ਕਹਿੰਦੇ ਖਾਲਸਾ ਪੰਥ ਜੁਗੋ ਜੁਗ ਅਟਲ ਹੈ, ਕਿਉਂਕਿ ਪੰਥ ਕਿਸੇ ਬੰਦੇ ਦਾ ਨਹੀਂ, ਇਹ ਪੰਥ ਗੁਰੂ ਕਲਗੀਆਂ ਵਾਲੇ ਦਾ, ਇਹ ਖਾਲਸਾ ਪੰਥ ਅਕਾਲ ਪੁਰਖ ਵਾਹਿਗੁਰੂ ਦਾ ਹੈ। ਚੌਪਈ ਪੰਥ ਥੋੜੋ ਉਹ ਥੋੜੋ ਅਸਬਾਬੂ। ਕਹਿੰਦੇ ਇਸੇ ਤਰ੍ਹਾਂ ਗੁਰੂ ਕਾ ਖਾਲਸਾ ਇੱਕ ਪਾਸੇ ਤੇ ਇੱਕ ਪਾਸੇ ਮੁਗਲ ਹਕੂਮਤ ਦੇ ਸਿਪਾਹੀ, ਇਹ ਥੋੜੇ ਥੋੜੇ ਆਪਸ ਦੇ ਵਿੱਚ ਇਸੇ ਤਰ੍ਹਾਂ ਘੁਲਦੇ ਮਿਲਦੇ ਰਹੇ। ਇਸ ਕਰ ਪੰਥੋਂ ਪੁਜੇ ਨਾ ਕਾਬੂ। ਕਹਿੰਦੇ ਇਸੇ ਤਰ੍ਹਾਂ ਗੁਰੂ ਕਾ ਖਾਲਸਾ ਪੰਥ ਉਹਦੇ ਵਿੱਚ ਵਾਧਾ ਹੁੰਦਾ ਰਿਹਾ ਤੇ ਉਧਰੋਂ ਮੁਗਲ ਹਕੂਮਤ ਦੇ ਕਾਬੂ ਨਹੀਂ ਆਉਂਦਾ। ਸਰਬ ਦੇਸ਼ ਤੁਰਕਨ ਕੇ ਪਾਸ। ਕਹਿੰਦੇ ਨੇ ਸਾਰੇ ਦੇਸ਼ ਦੇਸ਼ਾਂਤਰ 22 ਸੂਬਿਆਂ ਦਾ ਰਾਜ ਮੁਗਲਾਂ ਕੋਲ, ਤੁਰਕਾਂ ਕੋਲ ਹੈ। ਬਹੁਤੋ ਉਹ ਬਹੁਤੀ ਫੌਜ ਖਾਸ। ਕਹਿੰਦੇ ਉਹਨਾਂ ਕੋਲ ਫੌਜ ਵੀ ਬੜੀ ਹੈ, ਉਹਨਾਂ ਕੋਲ ਰਾਜ ਭਾਗ ਵੀ ਬੜਾ ਹੈ, ਹਥਿਆਰ ਵੀ ਬੜੇ ਨੇ, ਤੋਪਾਂ ਵੀ ਬਹੁਤ ਨੇ, ਪਰ ਫਿਰ ਵੀ ਖਾਲਸਾ ਨਹੀਂ ਮੁੱਕਦਾ, ਕਿਉਂਕਿ ਤੋਪਾਂ ਇੱਕ ਪਾਸੇ ਨੇ, ਫੌਜਾਂ ਇੱਕ ਪਾਸੇ ਨੇ, ਰਾਜ ਭਾਗ ਇੱਕ ਪਾਸੇ ਨੇ। ਖਾਲਸੇ ਕੋਲ ਭਾਵੇਂ ਰਾਜ ਭਾਗ ਥੋੜਾ ਸੀ, ਖਾਲਸੇ ਕੋਲ ਤੋਪਾਂ ਹਥਿਆਰ ਥੋੜੇ ਨੇ, ਪਰ ਖਾਲਸੇ ਕੋਲ ਇੱਕ ਬੜੀ ਵੱਡੀ ਦਾਤ ਹੈ, ਉਹ ਹੈ ਗੁਰੂ ਗੋਬਿੰਦ ਸਿੰਘ ਦਾ ਥਾਪੜਾ, ਉਹ ਹੈ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ। ਇਹੋ ਕਾਰਨ ਹੈ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਜਦੋਂ ਔਰੰਗਜ਼ੇਬ ਨੂੰ ਕਿਹਾ, ਜ਼ਫਰਨਾਮੇ ਵਿੱਚ ਸ਼ਬਦ ਵਰਤੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਓ ਐਸ਼ ਅਰਸ਼, ਕਿ ਔਰੰਗਿਆ ਭਾਵੇਂ ਅੱਜ ਰਾਜ ਸਾਜ ਮੇਰੇ ਕੋਲ ਨਹੀਂ, ਭਾਵੇਂ ਬਾਜ ਨਹੀਂ, ਪ੍ਰਸ਼ਾਦੀ ਹਾਥੀ ਨਹੀਂ, ਮੇਰੇ ਕੋਲ ਘੋੜਾ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਪਰ ਚੇਤੇ ਰੱਖੀ ਮੇਰੇ ਸਿਰ ਤੇ ਉੱਤੇ ਖੁਦਾ ਦੀ ਛੱਤ ਹੈ, ਖੁਦਾ ਦਾ ਮਿਹਰ ਭਰਿਆ ਹੱਥ ਹੈ। ਉਹੀ ਖੁਦਾ ਦਾ ਮਿਹਰ ਭਰਿਆ ਹੱਥ ਗੁਰੂ ਕਲਗੀਆਂ ਵਾਲੇ ਨੇ ਖਾਲਸੇ ਨੂੰ ਦਿੱਤਾ ਕਿ ਫੌਜਾਂ ਵਾਲੇ, ਹਥਿਆਰਾਂ ਵਾਲੇ, ਤੋਪਾਂ ਵਾਲੇ ਖਾਲਸੇ ਨੂੰ ਮੁਕਾਉਣਾ ਚਾਹੁੰਦੇ ਆ, ਪਰ ਖਾਲਸਾ ਸਾਗਰ ਦੀ ਤਰ੍ਹਾਂ, ਸਮੁੰਦਰ ਦੀ ਤਰ੍ਹਾਂ ਕਦੇ ਸੁੱਕਦਾ ਨਹੀਂ। ਬੜੋ ਕੋਟਿਓ ਵੱਡੇ ਤੋਪਖਾਨੇ। ਕਹਿੰਦੇ ਉਹਨਾਂ ਕੋਲ, ਮੁਗਲ ਹਕੂਮਤਾਂ ਕੋਲ ਵੱਡੇ ਵੱਡੇ ਤੋਪਖਾਨੇ ਨੇ, ਵੱਡੇ ਵੱਡੇ ਸ਼ਸਤਰਾਂ ਦੇ ਖਜ਼ਾਨੇ ਨੇ। ਨਹੀਂ ਸਿੰਘਨ ਪੈ ਕਛੂ ਸਮਾਨੇ। ਜਿਹੜੇ ਕਿ ਖਾਲਸੇ ਪੰਥ ਦੇ ਹਥਿਆਰਾਂ ਦੇ ਸਾਹਮਣੇ ਉਹ ਬਹੁਤ ਵੱਡੇ ਨੇ। ਖਾਲਸੇ ਦੇ ਹਥਿਆਰ ਜੇ ਵੇਖੀਏ ਤੇ ਉਹਨਾਂ ਨਾਲ ਮੁਕਾਬਲਾ ਨਹੀਂ। ਰਲ ਸੁਲਤਾਨੀਆਂ ਕਰੀ ਖੁਆਰੀ। ਤੇ ਕਹਿੰਦੇ ਜਿਹੜੇ ਅੱਧੇ ਹਕੂਮਤ ਦੇ ਪ੍ਰਭਾਵ ਥੱਲੇ ਪਿੰਡਾਂ 'ਚ ਰਹਿਣ ਵਾਲੇ ਲੋਕ ਸਨ, ਉਹ ਖੁਆਰੀ ਕਰਦੇ ਨੇ, ਗਦਾਰੀ ਕਰਦੇ ਨੇ। ਛੱਡ ਘਰ ਸਿੰਘ ਰਲ ਗਏ ਝਾੜੀ। ਤੇ ਕਹਿੰਦੇ ਇਸੇ ਕਰਕੇ ਜਦੋਂ ਗਦਾਰੀ ਕੀਤੀ, ਸਿੰਘ ਦੁਬਾਰਾ ਫਿਰ ਜੰਗਲਾਂ ਵਿੱਚ ਰਹਿਣ ਲੱਗ ਪਏ। ਭਾਵੇਂ ਹਥਿਆਰ ਥੋੜੇ ਸਨ, ਪਰ ਵੇਖੋ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਭੰਗਾਣੀ ਦੇ ਯੁੱਧ ਵਿੱਚ ਨੇ, ਮਹੰਤ ਕਿਰਪਾਲ ਦਾਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝੋ, ਤੇ ਮਹੰਤ ਕਿਰਪਾਲ ਦਾਸ ਕਹਿਣ ਲੱਗੇ, ਜੀ ਮੇਰੇ ਕੋਲ ਤਾਂ ਸ਼ਸਤਰ ਹੀ ਕੋਈ ਨਹੀਂ, ਮੈਂ ਕਦੇ ਜੰਗ ਕੀਤੀ ਨਹੀਂ, ਮੈਨੂੰ ਸ਼ਸਤਰ ਵਿਦਿਆ ਦਾ ਅਭਿਆਸ ਨਹੀਂ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕੁਤਕਾ ਸਲੋਤਰ ਦਿੱਤਾ, ਜਿਸ ਸਲੋਤਰ ਦੇ ਨਾਲ ਮਹੰਤ ਕਿਰਪਾਲ ਦਾਸ ਸਰਧਾਈਆਂ ਦੇ ਰਗੜੇ ਲਾਉਂਦਾ ਸੀ। ਪਾਤਸ਼ਾਹ ਨੇ ਮਿਹਰ ਭਰੀ ਨਿਗਾਹ ਦੇ ਨਾਲ ਵੇਖਿਆ। ਮਹਾਰਾਜ ਕਹਿਣ ਲੱਗੇ, ਜੰਗ ਦੇ ਮੈਦਾਨ ਵਿੱਚ ਸਭ ਤੋਂ ਪਹਿਲਾਂ ਵਾਰ ਰੋਕੀ, ਤੇ ਫਿਰ ਅੱਖ ਝਪਕਣ ਤੋਂ ਪਹਿਲਾਂ ਵਾਰ ਉਹਦੇ ਕੰਨ ਤੇ ਕਰੀ, ਤੇਰੀ ਜੰਗ ਫਤਿਹ ਹੋਵੇਗੀ। ਖਾਲਸਾ ਜੀ ਸਾਹਮਣੇ ਫੌਲਾਦ ਦੀਆਂ ਤੇਗਾਂ ਲੈ ਕਰਕੇ ਜਰਨੈਲ ਚੜ ਕੇ ਆ ਰਿਹਾ, ਇੱਥੋਂ ਲੱਕੜ ਦੇ ਸਲੋਤਰ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਮਹੰਤ ਕਿਰਪਾਲ ਦਾਸ ਵੱਧਦਾ ਜਾ ਰਿਹਾ। ਜਿਹੜੀ ਫੌਲਾਦ ਦੀ ਕਿਰਪਾਨ ਲੋਹਾ ਵੀ ਪਾੜ ਦਿੰਦੀ ਹੈ, ਗੁਰੂ ਦਾ ਥਾਪੜਾ ਲੈ ਕੇ ਜਦੋਂ ਲੱਕੜ ਦੇ ਸਲੋਤਰ ਨਾਲ ਵਾਰ ਰੋਕਿਆ, ਵਾਰ ਵੀ ਰੁਕਿਆ, ਤੇ ਅੱਖ ਝਪਕਣ ਤੋਂ ਪਹਿਲਾਂ ਜਦੋਂ ਵਾਰ ਉਹਦੀ ਧੌਣ ਤੇ ਕੀਤਾ ਤੇ ਧੌਣ ਖਰਬੂਜੇ ਵਾਂਗੂ ਭੰਨ ਕੇ ਜ਼ਮੀਨ ਤੇ ਧਰ ਦਿੱਤੀ। ਇਹ ਕਿਸ ਤਰ੍ਹਾਂ? ਇਹ ਗੁਰੂ ਗੋਬਿੰਦ ਸਿੰਘ ਦੀ ਤਾਕਤ ਨਾਲ ਹੈ। ਹਥਿਆਰ ਇੱਕ ਪਾਸੇ ਨੇ, ਗੁਰੂ ਦੀ ਕਿਰਪਾ ਇੱਕ ਪਾਸੇ ਹੈ।
ਤੋਪਾਂ ਇੱਕ ਪਾਸੇ ਨੇ, ਗੁਰੂ ਕੀ ਕਿਰਪਾ ਇੱਕ ਪਾਸੇ ਹੈ। ਜਿੱਥੇ ਗੁਰੂ ਕਲਗੀਧਰ ਦਾ ਥਾਪੜਾ ਆ ਜਾਵੇ, ਵੱਡੇ ਵੱਡੇ ਟੈਂਕ ਫੇਲ ਹੋ ਜਾਂਦੇ ਨੇ, ਵੱਡੀਆਂ ਵੱਡੀਆਂ ਤੋਪਾਂ ਫੇਲ ਹੋ ਜਾਂਦੀਆਂ ਨੇ। ਚੌਪਈ ਅਬ ਸੁਨਿਓ ਆਨੰਦਪੁਰ ਕੀ ਬਾਤ। ਸੋ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਸੀ ਜਦੋਂ ਖਾਲਸੇ ਪੰਥ ਦੇ ਵਿੱਚ ਵਾਧਾ ਹੋਇਆ, ਤੇ ਖਾਲਸਾ ਪੰਥ ਵਿੱਚ ਜਦੋਂ ਵਾਧਾ ਹੋਇਆ ਤੇ ਕੀ ਕੁਝ ਝੱਲਣਾ ਪਿਆ। ਤੇ ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਆਓ ਹੁਣ ਤੁਹਾਨੂੰ ਦੁਬਾਰਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਹਾਲ ਦਸੀਏ। ਰਹੀ ਬਾਤ ਅਬ ਉਤਵਲ ਜਾਤ। ਕਿਉਂਕਿ ਹੁਣ ਅੰਮ੍ਰਿਤ ਛਕਾਉਣ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਹੋਰ ਕੀ ਚੋਜ ਵਰਤਾਏ, ਹੁਣ ਭਾਈ ਰਤਨ ਸਿੰਘ ਭੰਗੂ ਉਸ ਬਾਰੇ ਗੱਲਾਂ ਕਰਨ ਲੱਗੇ ਨੇ। ਪਰਿਓ ਬੈਰ ਜਿਮ ਪਰਬਤੀਆਂ ਸਾਥ। ਕਹਿੰਦੇ ਕਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਹਾੜੀ ਰਾਜਿਆਂ ਨਾਲ, ਪਰਬਤੀਆਂ ਤੋਂ ਭਾਵ ਜਿਹੜੇ ਪਹਾੜੀ ਰਾਜੇ ਸੀ 22 ਧਾਰ ਦੇ ਰਾਜੇ, ਕਹਿੰਦੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੈਰ ਵਧਿਆ, ਆਓ ਉਹਦੇ ਬਾਰੇ ਦੱਸਣਾ ਕਰੀਏ। ਲਿਖਤ ਸਭੀ ਵੱਡ ਗ੍ਰੰਥ ਹੋਏ ਜਾਤ। ਕਹਿੰਦੇ ਜੇ ਕੱਲੇ ਕੱਲੇ ਪਹਾੜੀ ਰਾਜੇ ਬਾਰੇ ਦਸੀਏ ਤੇ ਗ੍ਰੰਥ ਬਹੁਤ ਵੱਧ ਜਾਵੇਗਾ। ਗੁਰ ਬਿਲਾਸ ਮਦ ਬਹੁ ਕਰੀ। ਗੁਰ ਬਿਲਾਸ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਵੈਰ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ ਹੈ। ਕਈ ਚਾਹੀਏ ਜੋ ਉਸਤੇ ਰਹੀ। ਤੇ ਜੇ ਗੁਰੂ ਕੇ ਸਿੱਖ ਵਿੱਚ ਚਾਹਤ ਹੋਵੇ ਕਲਗੀਆਂ ਵਾਲੇ ਪਾਤਸ਼ਾਹ ਦੀ ਇਹਨਾਂ ਜੰਗਾਂ ਬਾਰੇ ਹੋਰ ਵਿਸਥਾਰ ਨਾਲ ਜਾਣਨ ਦਾ, ਉਹ ਗੁਰਬਿਲਾਸ ਪਾਤਸ਼ਾਹੀ 10ਵੀਂ ਨੂੰ ਵਿਚਾਰ ਕੇ ਪੜ੍ਹ ਸਕਦਾ ਹੈ। ਜਾਂ ਤੇ ਬਹੁਤ ਨ ਕਹੂੰ ਪਸਾਰਾ। ਕਿਉਂਕਿ ਇਸ ਗ੍ਰੰਥ ਦੇ ਵਿੱਚ ਮੈਂ ਝਲਕ ਮਾਤਰ ਦੱਸਣ ਲੱਗਾ ਹਾਂ। ਬਹੁਤ ਪਸਾਰੇ ਹੋਏ ਗ੍ਰੰਥ ਭਾਰਾ। ਕਿਉਂਕਿ ਜੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਹੀ ਦੱਸਾਂ ਤੇ ਭਾਈ ਸਾਹਿਬ ਕਹਿੰਦੇ ਕਿ ਕਲਮਾਂ ਮੁੱਕ ਜਾਣਗੀਆਂ, ਸਿਆਹੀ ਮੁੱਕ ਜਾਵੇਗੀ, ਕਾਗਜ਼ ਮੁੱਕ ਜਾਣਗੇ, ਪਰ ਗ੍ਰੰਥ ਵੱਧਦਾ ਜਾਵੇਗਾ। ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਕਥਾ ਅਗਾਧ ਬੋਧ ਹੈ। ਬਹੁਤ ਹੋਏ ਜਿਸ ਸੁਣਨੇ ਹੇਤ। ਪਰ ਜੇ ਫਿਰ ਵੀ ਕੋਈ ਸੁਣਨ ਦਾ ਚਾਹਵਾਨ ਹੋਵੇ, ਗੁਰ ਬਿਲਾਸ ਤੇ ਸੋ ਲੈਵੇ ਭੇਤ। ਤਾਂ ਉਹ ਗੁਰ ਬਿਲਾਸ ਦੇ ਵਿੱਚੋਂ ਜਾ ਕਰਕੇ ਇਨ੍ਹਾਂ ਸਾਖੀਆਂ ਨੂੰ ਵਾਚ ਸਕਦਾ ਹੈ। ਬੀਜ ਮਾਤਰ ਸੋ ਭੀ ਕਹਿ ਦਿਓ। ਪਰ ਫਿਰ ਵੀ ਬੀਜ ਮੰਤਰ ਦੀ ਤਰ੍ਹਾਂ ਮੈਂ ਇਸ ਗ੍ਰੰਥ ਦੇ ਵਿੱਚ ਸਾਖੀਆਂ ਸਤਿਗੁਰਾਂ ਦੀ ਲਿਖ ਰਿਹਾ ਵਾਂ। ਜਿਵੇਂ ਇੱਕ ਬੀਜ ਦੇ ਵਿੱਚੋਂ ਕਈ ਰੁੱਖ ਆਕਾਰ ਪੈਦਾ ਹੋ ਜਾਂਦੇ ਨੇ, ਇਸੇ ਤਰ੍ਹਾਂ ਇਨ੍ਹਾਂ ਨਿੱਕੀਆਂ ਜਿਹੀਆਂ ਸਾਖੀਆਂ ਦੇ ਵਿੱਚੋਂ ਜਦੋਂ ਗੁਰੂ ਕੀ ਸੰਗਤ ਗੁਰੂ ਦੇ ਦਰਸ਼ਨ ਕਰੇਗੀ ਤੇ ਨਿੱਕੀਆਂ ਨਿੱਕੀਆਂ ਸਾਖੀਆਂ ਦੇ ਵਿੱਚੋਂ ਕਈ ਸਿੱਖ ਪ੍ਰਗਟ ਹੋਣਗੇ, ਕਈ ਸਿੱਖ ਸਿੱਖੀ ਵਿੱਚ ਜਨਮ ਲੈਣਗੇ। ਪ੍ਰਸੰਗ ਅਗਲੋ ਪਿੱਛੇ ਮਿਲਿਓ। ਕਹਿੰਦੇ ਨੇ ਅਗਲਾ ਪਿਛਲਾ ਪ੍ਰਸੰਗ ਇਹ ਹੁਣ ਮੇਲ ਜੋਲ ਦੇ ਵਿੱਚ ਹੈ। ਦੋਹਰਾ ਜਬ ਸਤਿਗੁਰੂ ਖੜਗ ਹੋ ਚੁੱਕਾ ਪੰਥ ਵਧਾਵਣ ਉਪਾਏ। ਕਹਿੰਦੇ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖੜਗ ਹੱਥ ਵਿੱਚ ਚੁੱਕ ਕਰਕੇ ਪੰਥ ਦੇ ਵਾਧੇ ਵਾਸਤੇ ਬਚਨ ਕੀਤਾ। ਏਤ ਵਧਿਓ ਸੰਗ ਖਾਲਸਾ ਔਰ ਦੇ ਸਭ ਪਿੱਛੇ ਪਾਏ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਨਾਲ ਪਿਆਰ ਪੈ ਗਿਆ, ਧੰਨ ਗੁਰੂ ਗੋਬਿੰਦ ਸਿੰਘ ਦਾ ਖਾਲਸੇ ਨਾਲ ਪ੍ਰੇਮ ਵੱਧ ਗਿਆ ਤੇ ਬਾਕੀ ਸਾਰਿਆਂ ਨੂੰ ਪਿਛਾਂਹ ਰੱਖ ਦਿੱਤਾ, ਮਸੰਦਾਂ ਨੂੰ ਪਿੱਛੇ ਕਰ ਦਿੱਤਾ, ਪਰ ਖਾਲਸੇ ਨੂੰ ਬਹੁਤ ਮਾਣ ਦਿੱਤਾ। ਵੇਖੋ ਜਿਵੇਂ ਕੋਈ ਨਿੱਕਾ ਜਿਹਾ ਬੱਚਾ ਬਾਹਰੋਂ ਆਵੇ ਘਰ ਦੇ ਵਿੱਚ ਖੇਡ ਕੇ ਨਾ, ਤੇ ਮਾਂ ਬੱਚੇ ਨੂੰ ਗਲ ਨਾਲ ਲਾ ਕੇ ਕਹਿੰਦੀ ਹੈ ਬੇਟਾ ਤੂੰ ਮੇਰੀ ਜਾਨ ਹੈ। ਖਾਲਸੇ ਨੂੰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਛਾਤੀ ਨਾਲ ਲਾ ਕੇ ਕਹਿੰਦੇ ਨੇ ਖਾਲਸਾ ਮੇਰੀ ਜਾਨ ਕੀ ਜਾਨ, ਤੂੰ ਕੱਲੀ ਜਾਨ ਨਹੀਂ ਤੂੰ ਮੇਰੀ ਜਾਨ ਦੀ ਵੀ ਜਾਨ ਹੈ। ਕਿੰਨਾ ਕਿ ਪਿਆਰ ਗੁਰੂ ਗੋਬਿੰਦ ਸਿੰਘ ਦਾ ਖਾਲਸੇ ਨਾਲ ਹੋਵੇਗਾ। ਤਾਂ ਹੀ ਮੈਂ ਕਹਿਣਾ ਵੀ ਕਰੋੜਾਂ ਮਾਵਾਂ ਦਾ ਪਿਆਰ ਇਕੱਠਾ ਕੀਤਾ ਜਾਵੇ ਪਰ ਤਾਂ ਵੀ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ ਬਰਾਬਰੀ ਨਹੀਂ ਹੋ ਸਕਦੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਹੱਬਤ ਆਪਣੇ ਖਾਲਸੇ ਨੂੰ ਕੀਤੀ। ਚੌਪਈ ਸਤਿਗੁਰੂ ਕਰੇ ਵੱਡ ਖਾਲਸੇ ਹੇਤ। ਖਾਲਸਾ ਪੰਥ ਪ੍ਰਗਟ ਹੋ ਗਿਆ ਤੇ ਸਤਿਗੁਰੂ ਮਹਾਰਾਜ ਆਪਣੇ ਖਾਲਸੇ ਦਾ ਨਾਲ ਲਾਡ ਕਰਦੇ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ। ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਹੜੇ ਭੇਡਾਂ ਬੱਕਰੀਆਂ ਵਰਗੇ ਸੀ, ਮਹਾਰਾਜ ਨੇ ਉਹਨਾਂ ਦੇ ਸੀਸ ਦੇ ਉੱਤੇ ਛਤਰ ਚਲਾਤੇ, ਤਖਤਾਂ ਦਾ ਮਾਲਕ ਬਣਾ ਦਿੱਤਾ। ਤੇ ਖਾਲਸਾ ਜੀ ਸਤਿਗੁਰੂ ਨੇ ਕਿਰਪਾ ਕਰਕੇ ਗਲ ਨਾਲ ਲਾ ਲਿਆ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੇ ਨਾਲ ਪਿਆਰ ਹੋਰ ਵੀ ਵਧਾ ਲਿਆ। ਚੰਗੀ ਵਸਤ ਗੁਰ ਪੰਥੇ ਦੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਆਨੰਦਪੁਰ ਸਾਹਿਬ
ਜਿਹੜੀ ਸਭ ਤੋਂ ਵਧੀਆ ਚੀਜ਼ ਹੁੰਦੀ ਸੀ ਉਹ ਆਪਣੇ ਖਾਲਸੇ ਵਿੱਚ ਵੰਡ ਦਿਆ ਕਰਦੇ ਸਨ। ਜੈ ਹੁਤੇ ਮਸੰਦ ਮੇਵੜੇ ਜਾਤ। ਕਹਿੰਦੇ ਜਿਹੜੇ ਮੇਵੜੇ ਸੀ, ਜਿਹੜੇ ਮਸੰਦ ਸੀ, ਜਿਹੜੇ ਗੁਰੂ ਘਰ ਦੀ ਅਗਰਾਈਆਂ ਕਰਕੇ ਆਉਂਦੇ ਸੀ, ਤੈ ਤੈ ਸਤਿਗੁਰ ਸਿੰਘਨ ਕਲਾਤ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਘਾਲ ਲਿਆ, ਕਿਉਂਕਿ ਖਾਲਸੇ ਪੰਥ ਨੂੰ ਮੁਖਤਿਆਰੀ ਦੇ ਦਿੱਤੀ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਜੋ ਵੀ ਗੁਰੂ ਗੋਬਿੰਦ ਸਿੰਘ ਦਾ ਸਾਰਾ ਕੁਝ ਹੀ ਖਾਲਸੇ ਦਾ। ਐਸੀ ਵਸਤ ਜਗਤ ਮੇ ਨਾਈ ਜੋ ਮੈਂ ਦਈ ਖਾਲਸੇ ਨਾਈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ। ਸੱਚੀ ਗੱਲ ਇਹ ਆ, ਮਹਾਰਾਜ ਨੇ ਤੇ ਆਪਣਾ ਆਪ ਵੀ ਖਾਲਸੇ ਤੋਂ ਕੁਰਬਾਨ ਕਰ ਦਿੱਤਾ। ਗੁਰਦੁਆਰਨ ਉਹ ਹਜੂਰੇ ਪਾਸ। ਕਹਿੰਦੇ ਜਿਹੜੇ ਗੁਰੂ ਘਰ ਸੀ, ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੁੰਦਾ ਸੀ, ਉੱਥੇ ਜਾ ਕੇ ਖਾਲਸਿਆਂ ਨੂੰ ਭੇਜਿਆ। ਖਾਲਸੇ ਸੌਂਪੀ ਕਰਨ ਅਰਦਾਸ। ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਜੇ ਕਿਸੇ ਨੇ ਅਰਦਾਸ ਕਰਾਉਣੀ ਹੈ, ਬੇਨਤੀ ਕਰਾਉਣੀ ਹੈ ਤੇ ਖਾਲਸੇ ਕੋਲੋਂ ਕਰਾਵੇ। ਦੇਹ ਧਾਰੀਆਂ ਨੂੰ ਕੋਈ ਮੰਨੇ ਨਾ, ਪਰ ਜਿਹੜਾ ਕੋਈ ਰਹਿਤ ਬੈਤ ਦਾ ਪਰਪੱਕ ਰਹਿਣੀ ਬਹਿਣੀ ਦੇ ਵਿੱਚ ਪੂਰਾ ਗੁਰੂ ਕਾ ਖਾਲਸਾ ਹੈ, ਇਸ ਖਾਲਸੇ ਕੋਲੋਂ ਹੱਥ ਜੋੜ ਕੇ ਅਰਦਾਸ ਕਰਾਵੇ। ਖਾਲਸੇ ਕੋਲ ਕੀਤੀ ਹੋਈ ਅਰਦਾਸ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋਵੇਗੀ। ਜਿਹਦੀ ਅਰਦਾਸ ਖਾਲਸਾ ਕਰ ਦੇਵੇਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਬਿਨਾਂ ਕਿਸੇ ਦੇਰੀ ਤੋਂ ਉਸ ਸਿੱਖ ਦੀ ਝੋਲੀ ਵਿੱਚ ਦਾਤ ਜ਼ਰੂਰ ਪਾਉਣਗੇ। ਮਾਲ ਮੁਲਕ ਉਹ ਤੋਸ਼ੇ ਖਾਨੀ। ਕਹਿੰਦੇ ਜਿਹੜੇ ਤੋਸ਼ੇ ਖਾਨੇ ਸੀ ਸਤਿਗੁਰੂ ਦੇ, ਸੱਚੇ ਪਾਤਸ਼ਾਹ ਜੀ ਨੇ ਤੋਸ਼ੇ ਖਾਨੇ ਵੀ ਖਾਲਸੇ ਦੇ ਸਪੁਰਦ ਕਰ ਦਿੱਤੇ। ਸਭੇ ਚੀਜ਼ ਪਾਸ ਖਾਲਸਾ ਠਾਨੀ। ਕਹਿੰਦੇ ਮਹਾਰਾਜ ਨੇ ਕੁਝ ਵੀ ਨਹੀਂ ਰੱਖਿਆ। ਆਨੰਦਪੁਰ ਸਾਹਿਬ ਦਾ ਸਾਰਾ ਖਜ਼ਾਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਨੇ ਖਾਲਸੇ ਦੇ ਅੱਗੇ ਖੋਲ ਦਿੱਤਾ। ਵੇਖੋ ਖਾਲਸਾ ਜੀ, ਅੱਜ ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਸਤਿਗੁਰੂ ਵਰਤਦੇ ਆ, ਸ਼ਬਦ ਗੁਰੂ ਦੇ ਲੜ ਲਾਇਆ ਸਤਿਗੁਰਾਂ ਨੇ, ਪਰ ਭਾਵਨਾ ਨਾਲ ਦਰਬਾਰ ਚ ਆਇਓ। ਅੱਜ ਵੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਖਜ਼ਾਨਿਆਂ ਦੇ ਮੂੰਹ ਖੁੱਲੇ ਪਏ ਆ। ਮਹਾਰਾਜ ਕਹਿੰਦੇ ਸਿੱਖਾ ਤੂੰ ਖਾਲਸਾ ਬਣ ਜਾ, ਮੈਂ ਤੇਰੇ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ। ਮੇਰੇ ਖਜ਼ਾਨੇ ਖਾਲਸੇ ਵਾਸਤੇ ਸਦਾ ਖੁੱਲੇ ਨੇ। ਜਿਹੜਾ ਰਹਿਣੀ ਬਹਿਣੀ ਦਾ ਰਹਿਤ ਮਰਿਆਦਾ ਦਾ ਪੱਕਾ ਹੋਵੇਗਾ, ਖਾਲਸਾ ਬਣ ਕੇ ਆਵੇਗਾ, ਉਹ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚੋਂ ਖਾਲਸਾ ਜੀ ਝੋਲੀਆਂ ਭਰ ਭਰ ਕੇ ਲਿਜਾਵੇਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਖਾਲਸੇ ਤੇ ਕੀਤੀ। ਤੇ ਮੈਂ ਬੇਨਤੀ ਕਰਾਂ, ਜੇ ਚਾਹੁੰਦੇ ਆ ਗੁਰੂ ਦੀ ਕਿਰਪਾ ਲੈਣੀ, ਰਹਿਤ ਮਰਿਆਦਾ 'ਚ ਪੱਕੇ ਹੋਈਏ, ਅੰਮ੍ਰਿਤ ਵੇਲੇ ਦੇ ਧਾਰਨੀ ਬਣੀਏ, ਬਾਣੀ ਬਾਣੇ ਦੇ ਧਾਰਨੀ ਬਣੀਏ। ਸਤਿਗੁਰੂ ਦੇ ਖਜ਼ਾਨੇ ਦੇ ਮੂੰਹ ਖੁੱਲੇ ਨੇ। ਬਸ ਜਿੱਦਣ ਸਾਡੀ ਭਾਵਨਾ ਵਾਲੀ ਅੱਖ ਖੁੱਲ ਗਈ, ਸਾਨੂੰ ਖਜ਼ਾਨਾ ਨਜ਼ਰੀ ਆਵੇਗਾ। ਮੇਵੜੇ ਮਸੰਦਨ ਕਿਹੋ ਸਿੰਘ ਹੋਵੋ। ਮਹਾਰਾਜ ਸੱਚੇ ਪਾਤਸ਼ਾਹ ਨੇ ਮਸੰਦਾਂ ਨੂੰ ਵੀ ਕਹਿ ਦਿੱਤਾ ਕਿ ਭਾਈ ਅਸੀਂ ਖਾਲਸੇ ਦੀ ਰਹਿਤ ਮਰਿਆਦਾ ਬੰਨ ਦਿੱਤੀ ਹੈ, ਹੁਣ ਤੁਹਾਨੂੰ ਵੀ ਖਾਲਸਾ ਬਣਨਾ ਪਵੇਗਾ, ਖੰਡੇ ਦੀ ਪਹੁਲ ਲੈਣੀ ਪਵੇਗੀ, ਨਹੀਂ ਤਾਂ ਆਪਣੀ ਪਤ ਜਾਣ ਖੋਵੋ। ਤੇ ਮਹਾਰਾਜ ਕਹਿੰਦੇ ਜਿਹੜਾ ਖਾਲਸੇ ਦੀ ਰਹਿਤ ਵਿੱਚ ਨਹੀਂ ਆਵੇਗਾ, ਅੰਮ੍ਰਿਤ ਨਹੀਂ ਛਕੇਗਾ, ਬਾਣੀ ਨਹੀਂ ਪੜੇਗਾ, ਉਹ ਆਪਣੀ ਪੱਤ ਖੋ ਲਵੇਗਾ, ਆਪਣਾ ਸਤਕਾਰ ਖੋ ਲਵੇਗਾ। ਜਿਹੜਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਸਤਕਾਰ ਲੈਣਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਖੁਸ਼ੀ ਲੈਣਾ, ਉਹਨੂੰ ਖੰਡੇ ਬਾਟੇ ਦੀ ਪੌਲ ਵੀ ਲੈਣੀ ਪਵੇਗੀ, ਉਹਨੂੰ ਬਾਣੀ ਪੜ੍ਹਨੀ ਪਵੇਗੀ, ਤੇ ਗੁਰੂ ਖਾਲਸੇ ਪੰਥ ਦੀ ਰਹਿਤ ਮਰਿਆਦਾ ਵਿੱਚ ਪਰਪੱਕ ਹੋਣਾ ਪਵੇਗਾ। ਸੋ ਮਸੰਦਨ ਲਾਗੈ ਬੁਰੀ। ਤੇ ਕਹਿੰਦੇ ਜਦੋਂ ਸਤਿਗੁਰੂ ਨੇ ਸਮਝਾਇਆ ਮਸੰਦਾਂ ਨੂੰ ਕਿ ਭਾਈ ਅੱਜ ਤੋਂ ਬਾਅਦ ਤੁਸੀਂ ਅਗਰਾਈ ਨਹੀਂ ਕਰੋਗੇ, ਜੋ ਵੀ ਗੁਰੂ ਕੀ ਸੰਗਤ ਦਾ ਦਸਵੰਧ ਹੈ ਸਿੱਖਾਂ ਵਿੱਚ ਲੋੜਵੰਦਾਂ ਵਿੱਚ ਵੰਡਿਆ ਜਾਵੇਗਾ। ਤੇ ਮਹਾਰਾਜ ਨੇ ਕਿਹਾ ਰਹਿਤ ਮਰਿਆਦਾ ਵਿੱਚ ਆਵੋ। ਤੇ ਮਸੰਦਾਂ ਨੂੰ ਉਹ ਗੱਲ ਚੰਗੀ ਨਾ ਲੱਗੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੱਲ ਨੂੰ ਬੁਰਾ ਜਾਣਦੇ ਨੇ। ਜਬ ਉਨ ਲਾਗੀ ਸੀਨੇ ਬੁਰੀ ਛੁਰੀ। ਕਹਿੰਦੇ ਮਸੰਦਾਂ ਨੂੰ ਮਹਾਰਾਜ ਨੇ ਕਿਹਾ ਵੀ ਰਹਿਤ ਮਰਿਆਦਾ ਵਿੱਚ ਪੱਕੇ ਹੋਵੋ। ਤੇ ਖਾਲਸਾ ਜੀ ਮਸੰਦ ਤਾਂ ਹਿਲੇ ਹੋਏ ਸੀ ਸੰਗਤ ਦਾ ਪੈਸਾ ਖਾਣਾ, ਤੇ ਜਿਹੜਾ ਸੰਗਤ ਦਾ ਪੈਸਾ ਪੂਜਾ ਦਾ ਧਾਨ ਖਾਣਾ ਹਿੱਲ ਜਾਵੇ ਨਾ, ਜੇ ਕੋਈ ਉਹਨੂੰ ਸਿਆਣਾ ਜਾ ਕੇ ਕਵੇ ਭਾਈ ਗੁਰੂ ਘਰ ਦਾ ਪੈਸਾ ਤੂੰ ਖਾਇਆ ਨਾ ਕਰ, ਸਹੀ ਪ੍ਰਬੰਧ ਕਰਕੇ ਲੋੜਵੰਦਾਂ ਵਿੱਚ ਵੰਡਿਆ ਕਰ, ਤੇ ਉਹਨੂੰ ਗੱਲ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਸੀਨੇ ਵਿੱਚ ਕੋਈ ਖੰਜਰ ਮਾਰ ਦੇਵੇ। ਤੇ ਕਹਿੰਦੇ ਜਦੋਂ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਭਾਈ ਰਹਿਤ ਮਰਿਆਦਾ ਵਿੱਚ ਪੱਕੇ ਹੋਵੋ, ਤੇ ਗੁਰੂ ਕੀ ਗੋਲਕ ਦੀ ਮਾਇਆ ਲੋੜਵੰਦਾਂ ਵਿੱਚ ਵੰਡੋ, ਜਿਹੜੇ ਭੁੱਖੇ ਨੇ ਉਹਨਾਂ ਨੂੰ ਲੰਗਰ ਛਕਾਓ, ਲੋੜਵੰਦਾਂ ਨੂੰ ਵਸਤਰ ਦਿਓ, ਲੋੜਵੰਦਾਂ ਦੇ ਪਰਿਵਾਰ ਪਾਲੋ,
ਤੇ ਕਹਿੰਦੇ ਮਸੰਦਾਂ ਨੂੰ ਗੱਲ ਤੇ ਇਹ ਚੰਗੀ ਸੀ, ਪਰ ਮਸੰਦਾਂ ਨੂੰ ਇਸ ਤਰ੍ਹਾਂ ਲੱਗੀ ਜਿਵੇਂ ਖੰਜਰ ਚਲਾ ਦਿੱਤਾ ਹੋਵੇ ਸੀਨੇ ਦੇ ਵਿੱਚ। ਪਰ ਸਤਿਗੁਰੂ ਤੇ ਚੰਗੀ ਸਿੱਖਿਆ ਦੇ ਰਹੇ ਨੇ। ਤਿੰਨ ਮਾਤਾ ਪੈ ਚੁਗਲੀ ਖਾਈ। ਕਹਿੰਦੇ ਮਸੰਦਾਂ ਨੇ ਫਿਰ ਸਲਾਹ ਕੀਤੀ ਵੀ ਆਪਾਂ ਸਾਰੇ ਜਾ ਕਰਕੇ ਮਾਤਾ ਗੁਜਰੀ ਜੀ ਕੋਲ ਜਾ ਕੇ ਕਲਗੀਆਂ ਵਾਲੇ ਦੀ ਸ਼ਿਕਾਇਤ ਲਾਈਏ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਕੋਲ ਗਏ ਤੇ ਜਾ ਕਰਕੇ ਚੁਗਲੀ ਕਰਨ ਲੱਗੇ। ਕਹੇ ਗੁਰ ਕੋ ਕਮਲ ਤਨ ਆਈ। ਬੜੇ ਭੱਦੀ ਸ਼ਬਦਾਵਲੀ ਮੰਦੀ ਸ਼ਬਦਾਵਲੀ ਸਤਿਗੁਰਾਂ ਪ੍ਰਤੀ ਵਰਤੀ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਜੋ ਵਰਤਿਆ ਖਾਲਸਾ ਜੀ, ਉਹ ਭੱਦੀ ਸ਼ਬਦਾਵਲੀ ਹੈ। ਮੈਂ ਆਪਣੀ ਰਸਨਾ ਤੋਂ ਨਹੀਂ ਕਹਿਣੀ ਚਾਹਾਂਗਾ ਕਿਉਂਕਿ ਸਾਡੀ ਜ਼ਬਾਨ ਸੜ ਜਾਵੇ। ਭਾਵੇਂ ਇਤਿਹਾਸ ਵਿੱਚ ਲਿਖਿਆ ਹੈ ਪਰ ਆਪਾਂ ਉਹ ਸ਼ਬਦ ਨਹੀਂ ਵਰਤਾਂਗੇ। ਸੋ ਗਲਤ ਸ਼ਬਦਾਵਲੀ ਸਤਿਗੁਰੂ ਪ੍ਰਤੀ ਵਰਤ ਕੇ ਮਾਤਾ ਜੀ ਕੋਲ ਚੁਗਲੀ ਕਰਦੇ ਨੇ। ਦੇਵੇ ਸਿੰਘਨ ਮਾਲ ਲੁਟਾਏ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਤੇ ਸਿੰਘਾਂ ਵਿੱਚ ਖਾਲਸਿਆਂ ਵਿੱਚ ਖਜ਼ਾਨੇ ਲਟਾਈ ਜਾ ਰਹੇ, ਮਾਲ ਲਟਾਈ ਜਾ ਰਹੇ ਨੇ। ਖਾਲਸਾ ਜੀ ਵੇਖੋ, ਮੈਂ ਇੱਕ ਹੋਰ ਬੇਨਤੀ ਕਰਾਂ, ਇਤਿਹਾਸ ਤੋਂ ਸਿੱਖਿਆ ਲਈਏ ਕਿ ਗੁਰੂ ਗੋਬਿੰਦ ਸਿੰਘ ਤੇ ਅੱਜ ਵੀ ਇੱਥੇ ਹੀ ਨੇ। ਇੱਕ ਵਾਰ ਅੰਮ੍ਰਿਤਸਰ ਦੀ ਧਰਤੀ ਤੇ ਕਵੀ ਸੰਮੇਲਨ ਹੋਇਆ ਤੇ ਕਵੀ ਸੱਜਣ ਪੜ੍ਹ ਰਹੇ ਸਨ, ਆਵੀਂ ਕਲਗੀ ਵਾਲਿਆ ਆਵੀਂ ਬਾਜਾ ਵਾਲਿਆ। ਤੇ ਵਿੱਚੋਂ ਖਾਲਸਾ ਜੀ ਇੱਕ ਗੁਰੂ ਕੇ ਸਿੱਖ ਨੇ ਉੱਠ ਕੇ ਕਿਹਾ, ਮੈਂ ਇਸ ਕਵਿਤਾ ਦਾ ਖੰਡਨ ਕਰਦਾ। ਉਹ ਕਹਿਣ ਲੱਗੇ, ਜੀ ਕਿਉਂ, ਗਲਤੀ ਕੀ ਹੈ ਇਹਦੇ ਵਿੱਚ? ਉਹ ਕਹਿੰਦੇ ਜਿਹੜੇ ਤੁਸੀਂ ਸ਼ਬਦ ਵਰਤੇ ਨੇ ਨਾ ਵੀ ਆਵੀਂ ਕਲਗੀ ਵਾਲਿਆ ਆਵੀਂ ਬਾਜਾ ਵਾਲਿਆ, ਇਹ ਗਲਤ ਨੇ। ਕਹਿੰਦੇ ਕਿਉਂ? ਉਹ ਕਹਿੰਦੇ ਆਉਂਦਾ ਉਹ ਹੁੰਦਾ ਜਿਹੜਾ ਕਿਤੇ ਗਿਆ ਹੋਵੇ। ਗੁਰੂ ਗੋਬਿੰਦ ਸਿੰਘ ਤੇ ਕਿਤੇ ਨਹੀਂ ਗਏ, ਗੁਰੂ ਗੋਬਿੰਦ ਸਿੰਘ ਤੇ ਅੱਜ ਵੀ ਇੱਥੇ ਹੀ ਹੈ। ਖਾਲਸੇ ਬਣ ਜਾਓ। ਤੇ ਮੈਂ ਬੇਨਤੀ ਕਰਾਂ, ਜਿਵੇਂ ਇਤਿਹਾਸ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਖਜ਼ਾਨੇ ਲਟਾਏ, ਗੁਰੂ ਗੋਬਿੰਦ ਸਿੰਘ ਤੇ ਅੱਜ ਵੀ ਤਖਤ ਤੇ ਸੁਭਾਏਮਨ ਹੋ ਕੇ ਸੱਚੇ ਪਾਤਸ਼ਾਹ ਸਿੱਖ ਦੀ ਉਡੀਕ ਕਰਦੇ ਨੇ ਕਿ ਸਿੱਖਾ ਤੂੰ ਖਾਲਸਾ ਬਣ ਕੇ ਆ, ਮੈਂ ਤੇਰੀ ਝੋਲੀ ਵਿੱਚ ਦਾਤ ਜ਼ਰੂਰ ਪਾਵਾਂਗਾ। ਤੇ ਜਿੱਦਣ ਖਾਲਸਾ ਬਣ ਕੇ ਘਰੋਂ ਤੁਰਾਂਗੇ ਖਾਲਸਾ ਜੀ, ਕਿਤੇ ਦਰ-ਦਰ ਤੇ ਭਟਕ ਕੇ ਮੰਗਣ ਦੀ ਲੋੜ ਨਹੀਂ ਪਵੇਗੀ। ਜਿੱਦਣ ਖਾਲਸੇ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗੁਰੂ ਗ੍ਰੰਥ ਸਾਹਿਬ ਤੇ ਟੇਕ ਟਕਾ ਕੇ ਆਓਗੇ, ਤੁਹਾਡੇ ਗੁਰੂ ਘਰ ਪਹੁੰਚਣ ਤੋਂ ਪਹਿਲਾਂ ਮਹਾਰਾਜ ਉਡੀਕ ਕਰ ਰਹੇ ਹੋਣਗੇ ਕਿ ਸਿੱਖਾ ਆ, ਮੈਂ ਤੇਰੀ ਝੋਲੀ ਵਿੱਚ ਦਾਤ ਪਾ ਦਿਆਂ। ਕਿਉਂਕਿ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਦਾਤੇ ਨੇ ਆਪਣੇ ਹੱਥ ਵਿੱਚ ਦਾਤ ਟਕਾਈ ਹੈ, ਜਿਹਨੂੰ ਭਾ ਜਾਵੇ ਪਾਤਸ਼ਾਹ ਉਹਦੀ ਝੋਲੀ ਦੇ ਵਿੱਚ ਦਾਤ ਪਾ ਦਿੰਦੇ ਨੇ। ਕਿਮ ਸਿੰਘਨ ਤੇ ਮੁਲਕ ਮਿਲਾਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਧੰਨ ਗੁਰੂ ਗੋਬਿੰਦ ਸਿੰਘ ਪ੍ਰਤੀ ਚੁਗਲੀ ਲਾਉਂਦੇ ਕਿ ਗੁਰੂ ਗੋਬਿੰਦ ਸਿੰਘ ਤੇ ਮੁਲਕ ਲੁਟਾਈ ਜਾ ਰਹੇ ਨੇ, ਖਾਲਸੇ ਨੂੰ ਸਾਰੇ ਖਜ਼ਾਨੇ ਲੁਟਾਈ ਜਾ ਰਹੇ ਨੇ। ਕਿਆ ਜੱਟ ਬੂਟਨ ਪਤਸ਼ਾਹ ਬਣਾਵੇ। ਜਾ ਕੇ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਆ ਜੱਟ ਬੂਟ ਜੱਟ ਜ਼ਿਮੀਂਦਾਰਾਂ ਨੂੰ ਗੁਰੂ ਗੋਬਿੰਦ ਸਿੰਘ ਖੰਡੇ ਦੀ ਗੁੜਤੀ ਦੇ ਕੇ ਹਕੂਮਤ ਦਾ ਬਾਗੀ ਬਣਾ ਕਰਕੇ ਹਕੂਮਤ ਦੇ ਖਿਲਾਫ ਜੰਗ ਦੀ ਲਹਿਰ ਛੇੜ ਕਰਕੇ ਪਾਤਸ਼ਾਹੀਆਂ ਵੰਡਦੇ ਪਏ ਆ। ਪਰ ਤੁਸੀਂ ਦੱਸੋ ਆ ਜੱਟ ਜ਼ਿਮੀਂਦਾਰ ਪਿੰਡਾਂ ਵਿੱਚ ਖੇਤੀਆਂ ਕਰਨ ਵਾਲੇ ਪਾਤਸ਼ਾਹੀ ਕਿਵੇਂ ਕਰ ਸਕਦੇ ਨੇ? ਕਿਆ ਛੇਲੀ ਸੇਤੀ ਸ਼ੇਰ ਤੁੜਾਵੇ। ਧੰਨ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਭੇਡਾਂ ਬੱਕਰੀਆਂ ਤੋਂ ਸ਼ੇਰਾਂ ਦਾ ਸ਼ਿਕਾਰ ਕਰਾਉਣਾ, ਪਰ ਇਹ ਤੇ ਭੇਡਾਂ ਬੱਕਰੀਆਂ ਵਰਗੇ ਨੇ, ਸ਼ੇਰਾਂ ਦਾ ਸ਼ਿਕਾਰ ਕਿਵੇਂ ਕਰਨਗੇ? ਪਰ ਖਾਲਸਾ ਜੀ ਜਿੱਤੇ ਗੁਰੂ ਗੋਬਿੰਦ ਸਿੰਘ ਦੀ ਨਿਗਾਹ ਹੋ ਜਾਵੇ, ਆਪਣੇ ਆਪ ਦੇ ਵਿੱਚ ਜਿੱਡਾ ਮਰਜੀ ਜ਼ੁਲਮੀ ਬਾਦਸ਼ਾਹ ਕਾਗਜੀ ਸ਼ੇਰ ਬਣ ਕੇ ਬਹਿ ਜਾਵੇ, ਜਦੋਂ ਖਾਲਸਾ ਜਾ ਕੇ ਜਕਾਰਾ ਹੀ ਗਜਾ ਦਵੇ, ਵੱਡੇ ਵੱਡੇ ਕਾਗਜੀ ਸ਼ੇਰ ਔਰੰਗਜ਼ੇਬ ਵਰਗੇ ਭੱਜਦੇ ਨਜ਼ਰ ਆਏ। ਚਿੜੀਆਂ ਤੇ ਮਰਵਾਏ ਬਾਜ। ਜਾ ਕੇ ਮਸੰਦ ਕਹਿੰਦੇ ਮਾਤਾ ਜੀ ਨੂੰ ਚਿੜੀਆਂ ਤੋਂ ਬਾਜ ਮਰਾਉਣਾ ਚਾਹੁੰਦੇ, ਪਰ ਇਹ ਹੋ ਨਹੀਂ ਸਕਦਾ। ਪਰ ਸਤਿਗੁਰੂ ਦੀ ਕਿਰਪਾ ਦੇ ਨਾਲ ਕਿਰਪਾ ਹੋਈ, ਖੰਡੇ ਦੀ ਪੋਹ ਲੈ ਕੇ ਇਹ ਬੱਬਰ ਸ਼ੇਰ ਬਣ ਕੇ ਹਕੂਮਤ ਦੀਆਂ ਜੜਾਂ ਵੀ ਪੱਟਦੇ ਆ, ਰਾਜ ਮਲੀਆ ਮੇਟ ਵੀ ਕਰਦੇ ਆ। ਤੋ ਜੱਟ ਬੂਟਨ ਆਵੇ ਰਾਜ। ਕਹਿੰਦੇ ਮਹਾਰਾਜ ਦੇ ਪ੍ਰਤੀ ਚੁਗਲੀ ਲਾ ਕੇ ਕਿ ਮਾਤਾ ਜੀ ਚਿੜੀਆਂ ਤੋਂ ਬਾਜ ਨਹੀਂ ਮਾਰੇ ਜਾਂਦੇ, ਇਸੇ ਤਰ੍ਹਾਂ ਜੱਟ ਜ਼ਿਮੀਂਦਾਰਾਂ ਕੋਲ ਰਾਜ ਨਹੀਂ ਆ ਸਕਦਾ। ਪਰ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ, ਜਿੰਨੇ ਵੀ ਖੰਡੇ ਦੀ ਪੋਲ ਲੈ ਕੇ ਗਾਤਰੇ ਤੇਗ ਪਾਈ ਹੈ ਤੇ ਖਾਲਸਾ ਜੀ ਗੁਰੂ ਦੀ ਬਾਣੀ ਪੜ੍ਹੀ ਹੈ, ਉਹਨਾਂ ਸਿੰਘਾਂ ਨੇ ਫਿਰ ਰਾਜ ਸਥਾਪਿਤ ਕਰਕੇ ਵਿਖਾਇਆ। ਜਿਸ ਦਿੱਲੀ ਦੇ ਤਖਤ ਨੂੰ ਆਪਣੇ ਆਪ ਤੇ ਮਾਣ ਸੀ, ਉਸੇ ਤਖਤ ਦੇ ਉੱਤੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਬੁੱਢਾ ਦਲ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 19 ਵਾਰ ਨਿਸ਼ਾਨ ਸਾਹਿਬ ਚਲਾਇਆ। ਅਕਾਲੀ ਫੂਲਾ ਸਿੰਘ ਜੀ
ਖਾਲਸੇ ਬਣੇ, ਰਾਜ ਦੁਨੀਆ ਦੇ ਰਾਜੇ ਉਹਨਾਂ ਦੇ ਕਦਮਾਂ ਵਿੱਚ ਝੁਕਦੇ ਰਹੇ। ਸੋ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨਾਲ ਹੋਇਆ। ਸੋ ਇੱਥੇ ਸਮਾਂ ਸਮਾਪਤ ਹੈ। ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ, ਕਿਸ ਤਰ੍ਹਾਂ ਖਾਲਸੇ ਪ੍ਰਤੀ ਮੁਗਲ ਹਕੂਮਤ ਦਾ ਵੈਰ ਵੱਧਦਾ ਰਿਹਾ। ਅਰਦਾਸ ਕਰਨੀ, ਜੋ ਸੁਣਿਆ ਜੋ ਸੁਣਾਇਆ ਉਹ ਆਪਾਂ ਸਾਰੇ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਆਓ ਇੱਥੇ ਹੀ ਆਪ ਸਭ ਸੰਗਤਾਂ ਤੋਂ ਸਤਿਗੁਰੂ ਤੋਂ ਖਿਮਾ ਦਾ ਜਾਚਕਾਂ ਮਹਾਂਪੁਰਸ਼ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਚੁੱਕੇ ਨੇ। ਆਓ ਸਤਿਗੁਰੂ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਅਤੇ ਬੇਨਤੀ ਹੈ ਕਿ ਐਤਵਾਰ ਨੂੰ ਖਾਲਸਾ ਜੀ ਇਸ ਸਥਾਨ ਤੇ ਨੌਜਵਾਨ ਵੀਰ ਭਾਈ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ 9 ਵਜੇ ਸਹਿਜ ਪਾਠਾਂ ਦੇ ਭੋਗ ਪਾਏ ਜਾਣੇ ਨੇ। ਮੈਂ ਬੇਨਤੀ ਕਰਾਂ, ਉਹ ਨੌਜਵਾਨ ਕਰੀਅਰ ਦੀ ਪਰਵਾਹ ਕੀਤੇ ਬਿਨਾ, ਕਰੀਅਰ ਨੂੰ ਬਰਬਾਦ ਕਰਕੇ ਵੀ ਖਾਲਸੇ ਪੰਥ ਦਾ ਦਰਦ ਰੱਖ ਕੇ ਆਪਣੀ ਜਾਨ ਗਵਾ ਬੈਠਾ। ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਉਹਦੀ ਯਾਦ ਵਿੱਚ ਆ ਕਰਕੇ ਹਾ ਦਾ ਨਾਰਾ ਮਾਰ ਕੇ ਖਾਲਸਾ ਜੀ ਉਹਦੀ ਆਤਮਿਕ ਸ਼ਾਂਤੀ ਵਾਸਤੇ ਮਹਾਰਾਜ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਇਹ ਅਰਦਾਸ ਕਰ ਸਕਦੇ ਹਾਂ। ਉਹਨਾਂ ਸਮਾਗਮਾਂ 'ਚ ਵੀ ਹਾਜ਼ਰੀ ਭਰਨੀ। ਸਾਰੀ ਪਿਆਰ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀ ਦਾ ਹਾਰਦਿਕ ਧੰਨਵਾਦੀ ਹੈ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ, ਨਿਹੰਗ ਸਿੰਘ ਸਾਹਿਬ ਜਥੇਦਾਰ ਜੀ, ਜਿਨ੍ਹਾਂ